ਜਾਗੇ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੇ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਈ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ, ਪਰਮ ਪੁਰਾਵਰ ਨਾਥ। ਜੁਗਲ ਚਰਨ ਮਮ ਬੰਧਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਬਾੜਿਆ ਗਈ, ਪਾਵਹਿ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ। ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ। ਮਾਇਆ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਪ੍ਰਬੰਧਕਾਂ ਦੇ ਉਦਮ ਦੁਆਰਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ,
ਚੱਲ ਰਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ, ਜੋ 918 ਅੰਗ 'ਤੇ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਆਰੰਭ ਹੈ, ਚੱਲ ਰਹੀ ਹੈ। ਕਿਉਂਕਿ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਪਹਿਲੀ ਆਦਿ ਬਾਣੀ ਸ੍ਰੀ ਜਪਜੀ ਸਾਹਿਬ, ਦੂਸਰੀ ਸ੍ਰੀ ਜਾਪ ਸਾਹਿਬ, ਤੀਸਰੀ ਬਾਣੀ ਅੰਮ੍ਰਿਤ ਸਵਈਏ, ਚੌਥੀ ਬਾਣੀ ਸੰਪੂਰਨ ਚੌਪਈ ਸਾਹਿਬ, ਪੰਜਵੀਂ ਸੰਪੂਰਨ ਸ੍ਰੀ ਆਨੰਦ ਸਾਹਿਬ। ਔਰ ਹਰ ਕਾਰਜ ਵਿੱਚ, ਕਿਸੇ ਵੀ ਕਾਰਜ ਦੀ ਸੰਪੂਰਨਤਾ ਲਈ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਵੇਲੇ ਜਿੱਥੇ ਸ੍ਰੀ ਜਪਜੀ ਸਾਹਿਬ ਦਾ ਪਾਠ, ਔਰ ਜਦੋਂ ਅਰਦਾਸ ਬੇਨਤੀ ਪ੍ਰਸ਼ਾਦ ਲਈ ਸ੍ਰੀ ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਹੁੰਦਾ ਹੈ। ਔਰ ਗੁਰੂ ਮਹਾਰਾਜ ਨੇ ਐਸੀ ਮਰਜ਼ਾਦਾ ਚਲਾਈ ਹੈ ਪਾਠਾਂ ਦੇ ਭੋਗ 'ਤੇ, ਦੀਵਾਨਾਂ ਦੀ ਸੰਪੂਰਨਤਾ 'ਤੇ, ਹਰ ਕਾਰਜ ਵਿੱਚ ਆਨੰਦ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਇਹਦੇ ਦੁਆਰਾ ਹੀ ਉਹ ਕਾਰਜ ਸੰਪੂਰਨ ਕੀਤਾ ਜਾਂਦਾ, ਅਰਦਾਸ ਬੇਨਤੀ ਹੁੰਦੀ ਹੈ। ਇਹ ਪਰਮ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਬਖਸ਼ਿਸ਼ ਹੋਈ ਹੈ। ਇਸ ਬਾਣੀ ਵਿੱਚੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਮੁਖਾਂ ਤੋਂ ਜਿਹੜੀ ਪੌੜੀ ਦੀ ਅੱਜ ਵਿਚਾਰ ਹੈ ਸਰਵਣ ਕੀਤੀ ਹੈ। ਇਸ ਦੀਆਂ 40 ਪੌੜੀਆਂ ਹਨ ਔਰ ਸਤਿਗੁਰ ਸੱਚੇ ਪਾਤਸ਼ਾਹ ਨੇ ਹਰ ਪੌੜੀ ਵਿੱਚ ਬੜੇ ਬੜੇ ਗੰਭੀਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਅੱਜ ਮਨ ਦੇ ਬਾਰੇ ਗੁਰੂ ਮਹਾਰਾਜ ਨੇ ਦਰਸਾਇਆ। ਮਨ ਕੀ ਚੀਜ਼ ਹੈ? ਸਾਡੇ ਸਰੀਰ ਦੇ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ, ਇੱਕ ਤਾਂ ਸਥੂਲ ਸਰੀਰ ਹੈ ਜੋ 5 ਤੱਤਾਂ ਦਾ ਬਣਿਆ ਹੋਇਆ। ਕੱਲ੍ਹ ਸ੍ਰੀ ਤਖਤ ਕੇਸਗੜ੍ਹ ਸਾਹਿਬ ਵਿਆਖਿਆ ਵਿੱਚ ਇਹ ਵਿਚਾਰ ਕੀਤੀ ਸੀ, ਤਨ ਜਲ ਵਲ ਮਾਟੀ ਭਇਆ, ਮਨ ਮਾਇਆ ਮੋਹ ਮਨੂਰ। ਇਹ ਸਰੀਰ ਜਿਹੜਾ 5 ਤੱਤਾਂ ਦਾ ਬਣਿਆ ਹੋਇਆ, 5 ਤੱਤਾਂ ਦੇ ਸੂਖਸ਼ਮ ਭਾਵ ਹੈਗੇ ਆ। ਆਕਾਸ਼ ਤੋਂ ਸ਼ਬਦ ਹੈ, ਹਵਾ ਤੋਂ ਸਪਰਸ਼, ਛੂਹਣਾ, ਟੱਚ ਕਰਨਾ, ਔਰ ਜਿਹੜਾ ਆਗਿਆ ਇਹ ਤੋਂ ਰੂਪ ਹੈ। ਕਿਉਂ ਪ੍ਰਕਾਸ਼ ਨੇ ਹਰ ਚੀਜ਼ ਨਜ਼ਰ ਵਿੱਚ ਆਉਂਦੀ ਹੈ। ਔਰ ਫਿਰ ਪਾਣੀ ਹੈ, ਪਾਣੀ ਦੁਆਰਾ ਬੰਦੇ ਦਾ ਜੀਵਨ ਹੈ। ਔਰ ਇਸੇ ਤਾਂ ਧਰਤੀ ਹੈ, ਜਿੰਨੇ ਪਦਾਰਥ ਉਹ ਧਰਤੀ 'ਚੋਂ ਹੀ ਪੈਦਾ ਹੁੰਦੇ ਹੈ। ਇਹ 5 ਤੱਤ ਹੈ, ਇਹਨਾਂ ਦੁਆਰਾ ਇਹ ਸਥੂਲ ਦੇਹੀ ਹੈ। ਕਿਉਂਕਿ ਜਿਹੜੀ ਧਰਤੀ ਹੈ ਇਹਦੇ 'ਤੇ ਵਰਸ਼ਾ ਹੁੰਦੀ ਹੈ। ਵਰਸ਼ਾ ਵਾਸਤੇ ਯੱਗ ਪੁੰਨ ਕਰਮ, ਉਹਨਾਂ ਦੇ ਵਿਧੀ ਵਿਧਾਨ ਧਰਮ ਸ਼ਾਸਤਰਾਂ ਵਿੱਚ ਮਹਾਂਪੁਰਖਾਂ ਨੇ ਲਿਖੇ ਹੈ। ਉਹਨਾਂ ਤੋਂ ਅੰਨ ਪੈਦਾ ਹੋਇਆ, ਮਾਤਾ ਪਿਤਾ ਨੇ ਉਹ ਅੰਨ ਖਾਧਾ,
ओज और रक्त पैदा हुई। फिर ये जड़ा बिंद तेजन पिंड किया, अगन कुंड रहाया, 10 मास माता उदर रखिया, बाहर लागी माया। ये अन्न तो शरीर पैदा होया, इनू अन्नमय कोश कहते हैं। जिथे प्राण कला उन्होंने प्राणमय कोश कह देंगे। जिथे मन कोई सकल्प कल्प फुरना वगैरह करता वो मनोमय कोश है। और जिथे बुद्धि है वो विज्ञानमय कोश है। कोश नाम म्यान का, कृपान का म्यान होंदा, जिन्हों के पड़दे विच ये सारी क्रिया चल चला रही है। वो फिर सूक्ष्म शरीर, 5 प्राण, 5 तत्व है, और इस तरह इन्हों के सूक्ष्म विषय मन बुद्धि ये 17 हो जाते हैं। इन्हों के अंदर सारी घाट घटन वाली एक कला रखी है, उसका नाम अंतिशकरण है, जिहदे विचों सारा कुछ फिट किया होया। परमेश्वर की लीला बड़ी आश्चर्या, चीर फाड़ करो कुछ नहीं लाइदा। जे सूक्ष्म विचार करिए तो फिर बहुत कुछ ये अंदर ही है। वो अंतिशकरण जड़ा उदियां 4 बिरतियां, एक मन है, एक बुद्ध है, एक चित्त बिरती, एक हंकार बिरती है। जो संकल्प और विकल्प करने वाली बिरती है उसका नाम मन है। जिहदे विच चित्त नहीं करता, चिंता वाला भाव, वो चित्त बिरती है। जिहदे विच कोई सोच विचार किसी गल का निर्णय लैंदा, वो बुद्धि वाला भाव है, दिमागी कला काम करती है। जिथे होमे वाली बिरती है वो हंकार बिरती है। ये 4 बिरतियां हैगियां ते मन के फुरने दे नाल ये जीव अपने कारोबार करता, उसे पासे घूमता घुमाता है। बुद्धि निर्णय करती है तू ये सही कर रहा या गलत। जे तो बुद्धि उज्जल होवे फिर तो निर्णय वो सही दिंदी है। जे बुद्धि भी मैली हो जाए वो मन दे नाल रल जाती है। जिमें चोर कुत्ती रल जाए, घर वाले ने कुत्ती रखी है राखी लई, चोर आ गए, चोर तो कुत्ती रल जान फिर तो चोरी सौखी है ना। जो मन बुद्धि ये दोए रल जाते हैं फिर इन्हों तो चंगे काम की आस नहीं होंदी। जे तो सत्संगत होंदी रहे, कोई बाणी का संगत का महापुरखों का प्रभाव होवे, ये तो मन बुद्धि सही पासे तुरदे है, ये निर्णय भी सही होएगा। तो जे कोई संगत करते हैं, गंदा लिटरेचर पढ़ते हैं, गंदियां फिल्मां देखते हैं, वो प्रभाव गलत होंदा, फिर उन्होंने तो शुभ कर्म की आस नहीं होंदी। फिर चित्त भी उधर ही तुर पैंदा, हंकार वाली बिरती भी पैदा हो जाती है, सारे ही दोष आ जाते हैं। फिर दाग दोष में चलिया लाए, दरगह बैसन ना है जाए। फिर इस तरह की क्रिया बन जाती है। सो इस वास्ते अज मन की गल कर रहे हैं।
ਸਾਰੇ ਸੰਸਾਰ 'ਤੇ ਮਨ ਦੀ ਗੱਲ ਚੱਲਦੀ ਹੈ। ਆ ਲੀਡਰ ਲੋਕ ਵੀ ਅਖਬਾਰਾਂ 'ਚ ਦਿੰਦੇ, ਮਨ ਕੀ ਬਾਤ ਜੀ, ਮਨ ਦੀਆਂ ਗੱਲਾਂ ਕਰਦੇ ਆ, ਗੁਰੂ ਦੀ ਗੱਲ ਨਹੀਂ ਕਰਦੇ। ਜੇ ਤਾਂ ਗੁਰੂ ਦੀ ਗੱਲ ਕਰੀਏ ਉੱਥੇ ਗੁਰਮਤ ਆ ਜਾਂਦੀ ਹੈ, ਇਹ ਗਲਤ ਕੰਮ ਨਹੀਂ ਹੁੰਦਾ। ਜਦੋਂ ਮਨ ਦੀਆਂ ਬਾਤਾਂ ਕਰਨੀਆਂ, ਮਨ ਨੇ ਫਿਰ ਕੋਈ ਨੇ ਅਪੱਧਰ ਵਾਲਾ ਕੰਮ ਕਰਨਾ ਹੀ ਹੈ। ਫਿਰ ਲੀਡਰ ਲੋਕ ਵੀ ਜ਼ੁਲਮ, ਹੰਕਾਰ, ਕਈ ਤਰ੍ਹਾਂ ਦੇ ਮਨ ਦੇ ਮਗਰ ਲੱਗ ਕੇ ਕਰਦੇ ਹੈ। ਕੋਈ ਵੀ ਸ਼੍ਰੇਣੀ ਹੈ, ਕੋਈ ਵਿਅਕਤੀ ਹੈ, ਚਾਹੇ ਵਿਅਸ਼ਟੀ ਰੂਪ 'ਚ ਹੈ ਚਾਹੇ ਸਮਸਤੀ ਰੂਪ 'ਚ ਹੈ, ਉਹ ਮਨ ਦੇ ਮਗਰ ਲੱਗੇਗਾ ਤੇ ਫਿਰ ਗਲਤੀ ਸੁਭਾਵਿਕ ਹੀ ਹੈ। ਬੜੇ ਅਪੱਧਰ, ਬੜੇ ਕਲੇਸ਼ ਘਰਾਂ 'ਚ ਵੀ, ਸਮਾਜ ਵਿੱਚ ਵੀ, ਸੰਸਥਾਵਾਂ 'ਚ ਵੀ, ਦੇਸ਼ਾਂ ਵਿੱਚ ਵੀ ਬੜੇ ਖੂਨ ਖਰਾਬੇ, ਬੜੇ ਯੁੱਧ ਹੋ ਜਾਂਦੇ, ਵਰਲਡ ਵਾਰਾਂ ਹੋ ਜਾਂਦੀਆਂ ਜਦੋਂ ਮਨ ਦੇ ਮਗਰ ਲੱਗ ਕੇ ਹੰਕਾਰ ਵਿੱਚ ਕੰਮ ਕਰਦੇ ਆ। ਇਸ ਵਾਸਤੇ ਮਨ ਨੂੰ ਸੋਝੀ ਦੇਣ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਆ, ਇਹ ਸਾਰਾ ਕਲੇਸ਼ ਕੱਟਿਆ ਜਾਏ। ਹਰ ਬੰਦਾ ਚਾਹੁੰਦਾ ਵੀ ਹੈ, ਪਰ ਕੁਸੰਗਤ ਦੇ ਪ੍ਰਭਾਵ ਥੱਲੇ ਜਦੋਂ ਮਾੜੇ ਕਰਮ ਕਰਦਾ, ਉਹ ਕਲੇਸ਼ ਵੱਧਦੇ ਆ, ਘਟਦੇ ਨਹੀਂ। ਕੋਈ ਨਾ ਕੋਈ ਉਪਦਰਵ ਬਣਿਆ ਰਹਿੰਦਾ ਹੈ। ਔਰ ਇਸ ਤਰ੍ਹਾਂ ਧਰਮ ਸ਼ਾਸਤਰਾਂ ਵਿੱਚ, ਹੋਰਨਾਂ 'ਚ ਵੀ ਮਨ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਕਿਉਂਕਿ ਚੰਚਲੋ ਹੀ ਮਨਾ ਕ੍ਰਿਸ਼ਨ, ਗੀਤਾ 'ਚ ਵੀ ਕਿਹਾ, ਕਹਿੰਦੇ ਹੈ ਕ੍ਰਿਸ਼ਨ ਜੀ ਇਹ ਮਨ ਬੜਾ ਚੰਚਲ ਹੈ। ਇਹਦੀ ਚੰਚਲਤਾ, ਇਹਦਾ ਪ੍ਰਭਾਵ ਇੰਦਰੀਆਂ 'ਤੇ ਵੀ ਪੈਂਦਾ। ਇਹਦੇ ਮਗਰ ਲੱਗ ਕੇ ਜਿਹੜੀਆਂ ਇੰਦਰੀਆਂ, ਉਹ ਵੀ ਬਕਾਰ ਦ੍ਰਿਸ਼ਟੀ ਵੱਲ ਚਲੇ ਜਾਂਦੀਆਂ। ਅੱਖਾਂ ਪਰਾਏ ਰੂਪ ਦੇਖਣ ਵੱਲ, ਕੰਨ ਨਿੰਦਿਆ ਸੁਣਨ ਵੱਲ, ਰਸਨਾ ਨਿੰਦਿਆ ਕਰਨ ਜਾਂ ਝੂਠ ਬੋਲਣ ਵੱਲ, ਪੈਰ ਕੁਮਾਰਗ ਵੱਲ ਤੁਰ ਪੈਂਦੇ ਆ। ਚੋਰੀਆਂ ਜਾਰੀਆਂ, ਬਦਮਾਸ਼ੀਆਂ ਵੱਲ, ਲੁੱਟ ਖਸੁੱਟ ਡਕੈਤੀਆਂ ਵੱਲ। ਹੱਥ ਜਿਹੜੇ ਆ ਉਹ ਵੀ ਬੇਗਾਨੀਆਂ ਚੀਜ਼ਾਂ ਚੁੱਕਦੇ ਆ, ਇਹਨਾਂ ਨਾਲ ਵੀ ਬੁਰੇ ਕੰਮ ਕਰਦੇ ਆ। ਉਹ ਸਾਰੀਆਂ ਇੰਦਰੀਆਂ ਜਿਹੜੀਆਂ ਸੀਆਂ, ਉਹ ਮਨ ਮਗਰ ਲੱਗ ਕੇ ਫਿਰ ਗਲਤ ਕੰਮ ਕਰਦੀਆਂ। ਕਿਉਂਕਿ ਮਨ ਦੇ ਕਰਿੰਦੇ ਆ ਇੰਦਰੀਆਂ, ਮਨ ਦੇ ਨੌਕਰ ਦਾਸ ਗੁਲਾਮ ਆ। ਜੇ ਤਾਂ ਬੁੱਧੀ ਸਹੀ ਫੈਸਲਾ ਦੇਵੇ, ਮਨ ਮੰਨ ਲੈ, ਇਹ ਤਾਂ ਸਭ ਇੰਦਰੀਆਂ ਬਸ ਕਰ ਦਿੱਤੀਆਂ ਨੇ ਸਤਵੰਤਾ ਸਾੜਾ। ਇਹ ਤਾਂ ਉਹ ਜਿਹੜੇ ਭਜਨ ਵਾਲੇ ਲੋਕ ਆ, ਉਹ ਇੰਦਰੀਆਂ ਨੂੰ ਕਾਬੂ ਕਰਨ ਦਾ ਯਤਨ ਕਰਦੇ ਆ। ਅੰਮ੍ਰਿਤ ਵੇਲੇ ਉੱਠਣਗੇ, ਸ਼ੌਚ ਕਿਰਿਆ ਕਰਕੇ ਇਸ਼ਨਾਨ ਪਾਣੀ ਕਰਨਗੇ, ਫਿਰ ਭੂਮੀ ਆਸਣ ਕਰਕੇ, ਚੌਂਕੜਾ ਲਾ ਕੇ, ਸਾਰੀਆਂ ਇੰਦਰੀਆਂ ਨੂੰ ਸੁਕੋਚ ਕੇ ਗੁਰ ਸ਼ਬਦ ਦਾ ਅਭਿਆਸ ਕਰਨਗੇ। ਪਹਿਲਾਂ ਤਾਂ ਮਨ ਬੜੀ ਚੰਚਲਤਾ ਕਰਦਾ ਹੈ। ਬੁੱਧੀ ਵਿੱਚ ਵੀ ਪ੍ਰਮਾਣ, ਵਿਪਰਜੇ, ਸਿਮਰਤੀ, ਵਿਕਲਪ, ਨਿੰਦਰਾ ਆਦਿਕ ਬਿਰਤੀਆਂ ਜਿਹੜੀਆਂ ਪੈਦਾ ਹੁੰਦੀਆਂ, ਹੌਲੀ ਹੌਲੀ ਫਿਰ ਅਭਿਆਸ ਕਰਦਿਆਂ ਹੋਇਆਂ ਸਤੂਲ ਤੋਂ ਸੂਖਸ਼ਮ ਫਿਰ ਬਿਲਕੁਲ ਖਤਮ ਹੋ ਜਾਂਦੀਆਂ। ਫਿਰ ਕੁਦਰਤੀ ਸਮਾਧੀ ਜਿਹੜੀ ਹੈ ਲੱਗ ਜਾਂਦੀ ਹੈ।
ਜਦੋਂ ਮਨ ਫਿਰ ਟਿਕ ਜਾਂਦਾ, ਉਜਲ ਪਵਿੱਤਰ ਹੋ ਜਾਂਦਾ ਗੁਰ ਸ਼ਬਦ ਦੇ ਅਭਿਆਸ ਨਾਲ, ਫਿਰ ਇਹਨੂੰ ਆਪਣੀ ਆਤਮਾ ਜਿਹੜੀ ਹੈ ਜੋਤੀ ਵਾਂਗ ਪੁਰਸ਼ਾ, ਇਹ ਪ੍ਰਕਾਸ਼ ਰੂਪ ਨਜ਼ਰ ਆਉਂਦੀ ਹੈ। ਪਰ ਇਸ ਪਾਸੇ ਦੇ ਲੋਕ ਬਹੁਤ ਘੱਟ ਆ ਜਿਹੜੇ ਇੱਧਰ ਧਿਆਨ ਦਿੰਦੇ ਆ। ਸਾਰਾ ਸੰਸਾਰ ਤਾਂ ਢੋਲ ਢਮੱਕੇ ਕਿਧਰੇ ਪਿਆ ਹੋਇਆ ਰੌਲੇ ਵਾਲੇ 'ਚ ਹੀ। ਮੰਦਰਾਂ, ਮਸੀਤਾਂ, ਗੁਰਦੁਆਰਿਆਂ, ਪਗੋਡਿਆਂ, ਗਿਰਜਿਆਂ 'ਚ ਬਹੁਤ ਦੁਨੀਆ ਜਾਂਦੀ ਹੈ, ਕਾਮਨਾ ਦੇ ਬੱਧੇ ਹੋਏ ਜਾਂਦੇ ਆ। ਕਾਮਨਾ ਤੋਂ ਰਹਿਤ ਹੋਣ ਲਈ, ਮਨ ਦੀ ਇਕਾਗਰਤਾ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਬਹੁਤ ਘੱਟ ਲੋਕ ਜਾਂਦੇ ਆ। ਜਿਨ੍ਹਾਂ ਦੇ ਮਨ 'ਚ ਇਹ ਉਤਕੰਠਾ ਇੱਛਾ ਹੋਵੇ ਗੁਰੂ ਮਹਾਰਾਜ ਦਾ ਦਰਸ਼ਨ ਕਰਨਾ, ਮਨ, ਬੁੱਧੀ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਨਿਜਾਨੰਦ ਸਵੈੰ ਸਰੂਪ ਆਤਮਾ ਪਰਮਾਤਮਾ ਦਾ ਮਿਲਾਪ ਕਰਨਾ, ਬਹੁਤ ਘੱਟ ਲੋਕ ਆ। ਇਸੇ ਕਰਕੇ ਉਹਨਾਂ ਦਾ ਕਥਾ ਵਾਰਤਾ 'ਚ ਮਨ ਵੀ ਘੱਟੇ ਹੀ ਲੱਗਦਾ। ਬਸ ਆਏ, ਲੂਣਾ ਪ੍ਰਸ਼ਾਦ ਦਾ ਚੜ੍ਹਾਇਆ, ਮੱਥਾ ਟੇਕਿਆ, ਘੁੰਮ ਘੁਮਾ ਕੇ ਚਲੇ ਗਏ। ਉਹਨਾਂ ਨੂੰ ਇਹੀ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਲਾਸ ਲੱਗੀ ਹੋਈ ਹੈ, ਇੱਥੇ ਬੈਠ ਕੇ ਗੁਰਮਤਿ ਦੀ ਪੜ੍ਹਾਈ ਕਰਨੀ ਹੈ, ਕੋਈ ਸਿਕਸ਼ਾ ਲੈਣੀ ਹੈ ਤੇ ਆਪਣੇ ਜੀਵਨ ਨੂੰ ਪਰਮਾਰਥੀ ਤਰੱਕੀ ਵੱਲ ਲਿਜਾਣਾ। ਬਹੁਤ ਕਮ ਲੋਕ ਆ, ਬਾਕੀ ਤਾਂ ਇਸ ਤਰ੍ਹਾਂ ਹੀ ਆ। ਬੱਸਾਂ ਭਰ ਭਰ, ਟਰੱਕ ਭਰ ਭਰ ਆਉਂਦੇ ਆ, ਬਸ ਤੁਰੇ ਜਾਂਦੇ ਆ। ਫੋਟੋਆਂ ਖਿੱਚ ਖਿਚਾ ਲਈਆਂ, ਸੈਲਫੀਆਂ ਲੈ ਲਈਆਂ, ਇੱਧਰ ਦਾ ਕੋਈ ਧਿਆਨ ਨਹੀਂ। ਸਾਰੀ ਉਮਰ ਬੀਤ ਜਾਂਦੀ ਹੈ, ਜਿੱਥੇ ਖਲੋਤੇ ਉੱਥੇ ਹੀ ਖਲੋਤੇ ਆ, ਕੋਈ ਪਰਮਾਰਥ ਵੱਲ ਇੱਕ ਕਦਮ ਵੀ ਨਹੀਂ ਪੁੱਟਿਆ। ਅਸੀਂ ਤਾਂ ਜੀ ਇੰਨੇ ਚਿਰਾਂ ਤੋਂ ਗੁਰਦੁਆਰਿਆਂ 'ਚ ਜਾਂਦੇ ਹਾਂ। ਗੁਰਦੁਆਰੇ ਜਾਣ ਦਾ ਮਤਲਬ ਵੀ ਸਮਝਿਆ, ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਪਰ ਗੁਰਮੁਖ ਸਮੇਂ ਦਾ ਚੱਲਿਆ, ਪਤ ਸਿਉ ਜਨਮ ਸਵਾਰ, ਬਾਜਾ ਵਾਏ ਸੀ, ਮਾਨਸ ਕਿਆ ਵਿਚਾਰਾ, ਤੇ ਲੋਕ ਸੁਣਾਏ ਸੀ। ਪਰ ਸੰਸਾਰ ਦੀ ਕਿਰਿਆ ਐਸੀ ਹੈ, ਸੰਸਾਰੀ ਵਿਹਾਰਾਂ ਵਿੱਚ, ਲੋਕ ਲਾਜ ਵਿੱਚ ਤੇ ਬਹੁਤ ਖਰਚੇ ਕਰਦੇ ਆ, ਬਹੁਤ ਕੁਝ ਕਰਦੇ ਆ, ਪਰ ਕਰਤਾਰ ਦੇ ਪਾਸੇ ਤੇ ਸਮਾਂ ਹੀ ਹੈ ਨਹੀਂ। ਜੇ ਕਿਤੇ ਸਮਾਂ ਮਿਲਦਾ ਹੀ ਹੈ, ਗੁਰੂ ਘਰ ਸਿਰਫ ਇੰਨਾ ਹੀ ਆ, ਆਏ ਚਲੇ ਗਏ। ਸਕੂਲ 'ਚ ਕਲਾਸ ਲੱਗੀ ਹੈ, ਵਿਦਿਆਰਥੀਆਂ ਦਾ ਦਾਖਲਾ ਲਿਆ ਨੇ, ਵਿਦਿਆਰਥੀ ਬਣ ਕੇ ਟੀਚਰ ਮੁੜ ਬੈਠ ਕੇ ਕਲਾਸ ਅਟੈਂਡ ਨਹੀਂ ਕੀਤੀ, ਸਿਲੇਬਸ ਜਿਹੜਾ ਅਸੀਂ ਪੜ੍ਹਿਆ ਪੜ੍ਹਾਇਆ ਨਹੀਂ, ਇਮਤਿਹਾਨ ਦਿੱਤਾ ਨਹੀਂ, ਤੇ ਸਿੱਧੇ ਹੀ ਮਾਸਟਰ ਟੀਚਰ ਦੀ ਕੁਰਸੀ ਤੇ ਬਹਿ ਗਏ। ਤੇ ਉਹ ਬੰਦੇ ਦੱਸੋ ਕੀ ਦਿਸ਼ਾ ਦੇਣਗੇ? ਚਾਹੇ ਧਾਰਮਿਕ ਸੰਸਥਾਵਾਂ, ਚਾਹੇ ਸਮਾਜਿਕ ਰਾਜਨੀਤੀ ਵਾਲਾ ਪਿੜ ਹੈ, ਬਿਨਾਂ ਪੜ੍ਹਾਈ ਕੀਤੇ, ਬਿਨਾਂ ਇਮਤਿਹਾਨ ਦਿੱਤੇ, ਬਿਨਾਂ ਕਿਸੇ ਡਿਗਰੀ, ਡਿਪਲੋਮਾ, ਪ੍ਰਮਾਣ ਪੱਤਰ ਲਏ ਤੋਂ ਉਸ ਕੁਰਸੀ ਤੇ ਬਹਿ ਜਾਏ, ਤੇ ਤੁਸੀਂ ਦੱਸੋ ਉਸ ਦੇਸ਼ ਦਾ ਰਾਖਾ ਰੱਬ ਹੀ ਹੋਏਗਾ। ਪੁਰਾਣੇ ਜ਼ਮਾਨੇ 'ਚ ਰਾਜਨੀਤੀ ਦੇ ਪੁਸਤਕ ਸੀਗੇ, ਸਿਮਰਤੀਆਂ ਵਗੈਰਾ, ਉਹ ਪੜ੍ਹਦੇ ਸੀ, ਮਹਾਂਪੁਰਸ਼ਾਂ ਤੋਂ ਸਿੱਖਿਆ ਲੈਂਦੇ ਸੀ, ਫਿਰ ਉਹਨਾਂ ਦਾ ਪਰਖ ਹੁੰਦੀ ਸੀ, ਫਿਰ ਉਹਨਾਂ ਨੂੰ ਕੋਈ ਰਾਜਨੀਤੀ ਦੀ ਗੱਦੀ ਦਿੱਤੀ ਜਾਂਦੀ ਸੀ,
ਕਿ ਉਹਨਾਂ ਨੂੰ ਧਰਮ ਸ਼ਾਸਤਰਾਂ ਦਾ ਗਿਆਨ ਹੋਣ ਦੇ ਕਾਰਨ ਉਹ ਪਰਜਾ ਦੀ ਬਾੜ ਬਣ ਕੇ ਰਾਖੀ ਕਰਦੇ ਸੀ। ਤੇ ਅੱਜ ਹੈਗਾ ਪਰਜਾ ਅੰਧੀ ਗਿਆਨ ਬਿਨ, ਕੂੜ ਕਸਤ ਮੁਖੋਂ ਆਲਾਈ। ਪੈਸੇ ਲੈ ਲੈ, ਨਸ਼ੇ ਲੈ ਲੈ, ਬਸ ਉਹ ਪਰਚੀ ਪਾ ਦਿੱਤੀ। 5 ਸਾਲ ਫਿਰ ਭਾਵੇਂ ਜੂਤ ਪਤਾਨ ਹੁੰਦਾ ਰਹੇ, ਉਹ ਨਹੀਂ ਸੋਚਣਾ। ਇਸ ਵਾਸਤੇ ਅੱਗੇ ਪਰਖ ਹੁੰਦੀ ਸੀ। ਮਹਾਰਾਜਾ ਚੰਦਰਗੁਪਤ ਮੌਰੀਆ ਉਹਨੇ ਕਿਹਾ ਮੈਂ ਮਨਿਸਟਰ ਰੱਖਣਾ। ਇੱਕ ਪਿੰਜਰਾ ਬਣਾਇਆ ਗਿਆ, ਉਹਦੇ ਵਿੱਚ ਇੱਕ ਸ਼ੇਰ ਸੀ। ਕਹਿਣ ਲੱਗੇ ਪਿੰਜਰਾ ਖੋਲ੍ਹੇ ਬਿਨਾਂ, ਤੋੜੇ ਫੋੜੇ ਬਿਨਾਂ ਜਿਹੜਾ ਇਹਨੂੰ ਬਾਹਰ ਕੱਢੇ, ਸਾਰੇ ਦੇਖਣ ਵੀ ਇਹ ਕਿਵੇਂ ਨਿਕਲੇਗਾ। ਤੇ ਜਿਹੜਾ ਚਾਣਕ ਰਿਸ਼ੀ ਸੀ, ਇਹਨੇ ਦੇਖਿਆ ਕਾਹਦਾ ਬਣਿਆ, ਅਨੁਭਵੀ ਦਾ ਮਸਾਲੇ ਦਾ, ਥੋੜ੍ਹਾ ਜਿਹਾ ਸੇਕ ਦੇ ਕੇ ਪਿਘਲਾ ਕੇ ਬਾਹਰ ਕੱਢ ਲਿਆ। ਮੁੜ ਕੇ ਉਹੋ ਜਿਹਾ ਬਣਾ ਖੜਾ ਕਰ ਦਿੱਤਾ। ਉਹਨੂੰ ਚੰਦਰਗੁਪਤ ਮੌਰੀਆ ਨੇ ਆਪਣਾ ਮਨਿਸਟਰ ਬਣਾਇਆ। ਅੱਜ ਉਹਦੇ ਸੰਸਕ੍ਰਿਤ ਵਿੱਚ ਵੀ ਗ੍ਰੰਥ ਆ। ਤੇ 10ਵੇਂ ਪਾਤਸ਼ਾਹ ਨੇ ਕਵੀ ਸੈਨਾਪਤੀ ਤੋਂ ਉਹਦਾ ਅਨੁਵਾਦ ਕਰਾਇਆ। ਉਹਦਾ ਅਸੀਂ ਵੀ ਅਨੁਵਾਦ ਕਰਾਇਆ। ਉਹ ਗ੍ਰੰਥ ਮਿਲ ਜਾਂਦਾ ਬਾਜ਼ਾਰਾਂ 'ਚ, ਅਸੀਂ ਪੰਜਾਬੀ ਵਿੱਚ ਕੀਤਾ ਉਹਦਾ। ਇਉਂ ਬਣਦੇ ਹੁੰਦੇ ਸੀ। ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਕਿੰਨੀ ਪ੍ਰੀਖਿਆ ਕੀਤੀ। ਉਹਨਾਂ ਦੇ ਸਾਹਿਬਜ਼ਾਦੇ ਸੰਦੇਹੇ ਚਲੇ ਗਏ। ਜਿਹੜੇ ਸਿੱਖੀ ਦੀ ਪਰਖ ਹੋਈ, ਬਾਬਾ ਬੁੱਢਾ ਸਾਹਿਬ ਕਹਿੰਦੇ ਉਸ ਵੇਲੇ ਮੇਰਾ ਮਨ ਵੀ ਭਰਮ ਗਿਆ। ਜਿਹੜੇ ਗੁਰੂਆਂ ਨੂੰ ਤਿਲਕ ਦਿੰਦੇ ਰਹੇ ਐਡੇ ਮਹਾਂਪੁਰਖ, ਉੱਥੇ ਭਾਈ ਲਹਿਣਾ ਧੰਨ ਗੁਰੂ ਅੰਗਦ ਸਾਹਿਬ ਪਾਸ ਹੋਏ, ਫਿਰ ਗੱਦੀ 'ਤੇ ਬੈਠੇ। ਫਿਰ ਗੁਰੂ ਅੰਗਦ ਸਾਹਿਬ ਨੇ ਐਸਾ ਹੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ, ਧੰਨ ਗੁਰੂ ਰਾਮਦਾਸ ਸਾਹਿਬ ਨੇ, ਪਿਰਥੀ ਚੰਦ ਨੇ ਥੋੜ੍ਹੀ ਚਤਰਾਈ ਵਰਤੀ, ਲੜਿਆ ਘੁਲਿਆ ਵੀ, ਆਪੇ ਪੱਗ ਵੀ ਬਣਾ ਲਈ। ਅੱਜ ਵੀ ਇਹੀ ਹੈ, ਟੋਲਾ ਇਕੱਠਾ ਹੋ ਜਾਂਦਾ, ਰਾਜਨੀਤਿਕ ਬੰਦਿਆਂ ਦਾ ਬਲ ਲੈ ਲਿਆ, ਪੱਗਾਂ ਬਣਾ ਲਈਆਂ, ਨਾ ਧਾਰਮਿਕ ਸੰਸਥਾ ਦਾ ਕੋਈ ਦਾਖਲਾ ਲਿਆ, ਨਾ ਕੋਈ ਸੇਵਾ ਸਿਮਰਨ ਦੀ, ਨਾ ਬ੍ਰਹਮ ਵਿਦਿਆ ਦੀ ਪੜ੍ਹਾਈ ਕੀਤੀ। ਇਕੱਠੇ ਹੋ ਕੇ ਪੱਗ ਬੰਨ੍ਹਤੀ, ਇਹ ਜੀ ਫਲਾਨੀ ਸੰਸਥਾ ਦਾ ਮੁਖੀ ਬਣ ਗਿਆ। ਜਿਹਨੇ ਸਕੂਲ ਦਾ ਦਾਖਲਾ ਹੀ ਨਹੀਂ ਲਿਆ, ਪੜ੍ਹਾਈ ਕੀਤੀ ਨਹੀਂ, ਸਿੱਧਾ ਹੀ ਟੀਚਰ ਦੀ ਕੁਰਸੀ 'ਤੇ ਬਹਾਲ ਦਿੱਤਾ। ਤੇ ਦੱਸੋ ਫਿਰ ਉਹ ਕੌਮ ਦਾ ਬੇੜਾ ਗਰਕ ਕਰੇਗਾ ਕਿ ਨਹੀਂ ਕਰੇਗਾ? ਤੁਸੀਂ ਸਾਰੇ ਸਿਆਣੇ ਸੋਚ ਲਓ। ਪਰ ਪਰਜਾ ਵੀ ਇਕੱਠੀ ਹੁੰਦੀ ਹੈ, ਜਕਾਰੇ ਛੱਡਦੇ, ਹਾਂ ਜੀ ਜਕਾਰੇ ਛੱਡਦੇ। ਸੋਚੋ ਤਾਂ ਸਹੀ ਵੀ ਜਿਹਨੂੰ ਬਹਾਲ ਰਹੇ ਕੀ ਕਰ ਰਿਹਾ, ਇਹ ਕਿਆ ਦਿਸ਼ਾ ਦੇਵੇਗਾ? ਚਾਹੇ ਧਾਰਮਿਕ ਪੱਖ ਆ, ਚਾਹੇ ਸਮਾਜਿਕ, ਚਾਹੇ ਰਾਜਨੀਤਿਕ ਪੱਖ ਆ, ਪਰ ਸੋਚ ਵਿਚਾਰ ਤੋਂ ਬਿਨਾਂ ਸਾਰੇ ਕੰਮ ਹੋਣ ਦੇ ਕਾਰਨ ਸਾਡਾ ਦੇਸ਼ ਕਰਾਹੇ ਪਿਆ ਹੋਇਆ 7ਵੇਂ ਪਤਾਲ ਵਿੱਚ ਗਰਕਦਾ ਜਾ ਰਿਹਾ। ਇਹ ਦਿਸ਼ਾ ਬਣਦੀ ਜਾ ਰਹੀ ਹੈ। ਤਾਂ ਹੀ ਭਾਈ ਗੁਰਦਾਸ ਲਿਖ ਗਿਆ ਸੀ ਨਾ, ਪਰਜਾ ਅੰਧੀ ਗਿਆਨ ਬਿਨ, ਕੂੜ ਕਸਤ ਮੁਖੋਂ ਆਲਾਈ, ਵਰਤਿਆ ਪਾਪ ਸਭ ਜਗ ਮਾਨ। ਉਦੋਂ ਦਾ ਧੰਨ ਗੁਰੂ ਨਾਨਕ ਸਾਹਿਬ ਨੇ ਆ ਕੇ ਦਿਸ਼ਾ ਦਿੱਤੀ ਰਾਜਨੀਤਿਕਾਂ ਨੂੰ, ਸਮਾਜਿਕਾਂ ਨੂੰ, ਧਾਰਮਿਕ ਲੋਕਾਂ ਨੂੰ। ਅੱਜ ਕੱਲ੍ਹ ਯੁੱਗ ਦਾ ਬੋਲਬਾਲਾ ਬਹੁਤ ਵਧਿਆ ਹੋਇਆ। ਸਿੱਖਿਆ ਸੁਣਨ ਲਈ ਤਿਆਰ ਨਹੀਂ ਕੋਈ। ਸਿੱਖਿਆ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਹੈਗੀ ਹੈ। ਸਾਡੇ ਕੋਲ ਟਾਈਮ ਹੀ ਹੈ ਨਹੀਂ ਸੁਣਾਉਣ ਦਾ। ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਏ। ਸਿੱਖੀ ਵਾਲੀ ਦਿਸ਼ਾ ਦੇਖ ਲਓ, ਅੰਮ੍ਰਿਤ ਵੇਲਾ ਉੱਠਣਾ, ਨਿਤਨੇਮ ਦੇਖ ਲਓ ਘਰਾਂ 'ਚ, ਗੁਰ ਸ਼ਬਦ ਦਾ ਅਭਿਆਸ ਵਾਲੀ ਗੱਲ ਦੇਖ ਲਓ। ਸਾਰੇ ਪਾਸੇ ਹੀ ਖੋਰਾ ਲੱਗਾ ਹੋਇਆ। ਬੂਟੇ ਦੇ ਉੱਤੇ ਨਹੀਂ, ਜੜ੍ਹਾਂ ਵਿੱਚ ਸੇਕ ਪਈ ਹੋਈ ਹੈ।
ਇਹ ਦਸ਼ਾ ਬਣੀ ਹੋਈ ਹੈ। ਉਹਦੇ ਬਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਪੌੜੀ ਵਿੱਚ ਵਿਚਾਰਧਾਰਾ ਦੇ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਮਨ ਨੂੰ ਸੰਬੋਧਨ ਕਰਕੇ ਕਹਿੰਦੇ ਇਹ ਮਨ ਚੰਚਲਾ, ਚੰਚਲਪੁਣਾ ਚੁਸਤੀਆਂ ਚਲਾਕੀਆਂ ਧਾਰਨੇ ਦੇ ਨਾਲ ਅੱਜ ਤਾਈਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਪਾਇਆ। ਚੁਸਤੀ ਚਲਾਕੀ ਨਾਲ ਤਾਂ ਮਾਂ ਪਿਓ ਦੀ ਜਾਇਦਾਦ ਵੀ ਨਹੀਂ ਮਿਲਦੀ, ਬੈਂਕ ਬੈਲੈਂਸ ਵੀ ਨਹੀਂ ਮਿਲਦਾ। ਕਿਸੇ ਉਸਤਾਦ ਤੋਂ ਕੋਈ ਗੁਣ ਵਿੱਦਿਆ ਸਿੱਖਣੀ ਹੈ, ਉਹ ਵੀ ਚੁਸਤੀ ਚਲਾਕੀ ਨਾਲ ਨਹੀਂ ਮਿਲਦੀ ਕਿ ਮਿਲ ਜਾਏਗੀ। ਉੱਥੇ ਵੀ ਨਿਮਰ ਭਾਵ ਧਾਰਨਾ ਪਏਗਾ, ਦਾਸਾ ਭਾਵ ਧਾਰਨਾ ਪਏਗਾ, ਸੇਵਾ ਵਾਲਾ ਭਾਵ ਧਾਰਨਾ ਪਏਗਾ, ਆਗਿਆ ਮੰਨਣੀ ਪਏਗੀ। ਧੱਕੇ ਡਾਂਗ ਨਾਲ ਤਾਂ ਕੋਈ ਚੀਜ਼ ਮਿਲਦੀ ਨਹੀਂ। ਇੱਕ ਤਾਂ ਸੰਤ ਪੁਣਾ ਹੁੰਦਾ ਨਾ ਕਮਾਈ ਕਰਕੇ। ਅੱਜ ਹੁੰਦਾ ਰਾਜਨੀਤਿਕ ਲੋਕ ਇਕੱਠੇ ਹੋ ਗਏ, ਗੁੰਡਿਆਂ ਦਾ ਟੋਲਾ ਇਕੱਠਾ ਹੋ ਗਿਆ, ਪੱਗ ਬਣਾ ਦਿੱਤੀ, ਡਾਂਗ ਦੇ ਨਾਲ ਫਕੀਰੀ, ਡਾਂਗ ਦੇ ਨਾਲ ਸੰਤ ਪੁਣਾ ਇਉਂ ਨਹੀਂ ਮਿਲਦਾ। ਬਹੁਤੀ ਪਬਲਿਕ ਮਗਰ ਲਾ ਕੇ ਸੰਤ ਪੁਣਾ ਨਹੀਂ ਮਿਲਦਾ। ਇਹ ਕੋਈ ਡਿਗਰੀ ਨਹੀਂ, ਇਹ ਤਾਂ ਗੁਰੂ ਦੀ ਬਖਸ਼ਿਸ਼ ਵਾਲੀ ਚੀਜ਼ ਆ। ਕਮਾਈਆਂ ਕਰਨੀਆਂ ਪੈਂਦੀਆਂ, ਘਾਲਣੀਆਂ ਪੈਂਦੀਆਂ, ਫੇਰ ਬਖਸ਼ਿਸ਼ ਮਿਲਦੀ ਹੈ। ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਕਾਰ ਸੇਵਾ ਵਾਲੇ 14 ਸਾਲ ਧੰਨ ਧੰਨ ਬਾਬਾ ਬੀਰਮਦਾਸ ਜੀ ਦੀ ਸੇਵਾ ਕੀਤੀ। ਔਰ ਮਨ ਮਾਰ ਕੇ, ਕਿਉਂਕਿ ਹਸਤੀ ਸਿਰ ਜੋ ਅੰਕ ਸਹਿ ਅਹਰਣ ਜੋ ਸਿਰ ਦੇ, ਮਨ ਤਨ ਆਗਾ ਰਾਖ ਹੈ ਉਭੀ ਸੇਵ ਕਰੇ। ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾ। 14 ਸਾਲ ਇੱਕ ਦਿਨ ਆਈ ਤੇ ਇਹ ਨਾਗਾ ਬੜਾ ਸੂਮਿਆ। 25 ਸ੍ਰੀ ਸੁਖਮਣੀ ਸਾਹਿਬ ਉਹਨਾਂ ਦਾ ਨਿਤਨੇਮ ਸੀ। ਗੁਰੂ ਅਰਜਨ ਸਾਹਿਬ ਉਹਨਾਂ ਦੇ ਸਾਖਿਆਤ ਸੀ। ਬਾਬਾ ਬੀਰਮਦਾਸ ਦਾ ਸੀ ਮਹਾਂਪੁਰਖ, ਬਧੌਸ਼ੀ ਪਿੰਡ ਆ ਸਰਹੰਦ ਦੇ ਨੇੜੇ। ਸੇਵਾ ਕਰਦੇ ਰਹੇ। ਮਨ 'ਚ ਆ ਗਿਆ ਕਿ ਸੰਤ ਤੋਂ ਮੈਨੂੰ ਮਿਲਣਾ ਨਹੀਂ ਕੁਝ ਵੀ। ਉਹ ਜਾਣ ਸੀਗੇ। ਕਹਿੰਦੇ ਆ ਘੜਾ ਲੈ ਜਾ ਤੇ ਪਾਣੀ ਲੈ ਆ। ਪਾਣੀ ਲੈਣ ਚਲੇ ਗਏ। ਆਵਾਜ਼ ਆ ਰਹੀ ਹੈ। ਮੈਂ ਪਹਿਲਾਂ ਮਿੱਟੀ ਸੀ, ਮੈਨੂੰ ਕਈਆਂ ਨਾਲ ਵੱਢਿਆ ਗਿਆ, ਪਾਣੀ ਪਾ ਕੇ ਪੈਰ ਮਾਲ ਕੇ ਮਸਲਿਆ ਗਿਆ। ਜਿਲੇ ਪੂਰੀ ਚਿਕਨਾਈ ਹੋਈ, ਫਿਰ ਪੇੜਾ ਬਣਾਇਆ ਗਿਆ, ਫਿਰ ਚੱਕ ਤੇ ਚਾੜਿਆ ਗਿਆ, ਫਿਰ ਘੜਾ ਬਣਿਆ, ਫਿਰ ਧੁੱਪੇ ਉਹਨੂੰ ਸੁਕਾਇਆ ਗਿਆ, ਪਾਣੀ ਤੋਂ ਬਚਾਇਆ ਗਿਆ ਖੁਰ ਨਾ ਜਾਏ। ਫਿਰ ਆਵੀ ਵਿੱਚ ਰੱਖ ਕੇ ਉਹਨੂੰ ਪਕਾਇਆ ਗਿਆ। ਫਿਰ ਪਾਣੀ ਪਾ ਕੇ ਪਰਖ ਕੀਤੀ ਗਈ ਕਿ ਸਿਮਦਾ ਤਾਂ ਨਹੀਂ, ਚੋਂਦਾ ਤਾਂ ਨਹੀਂ। ਫਿਰ ਮੈਂ ਪਾਣੀ ਲਿਆਉਣ ਦੇ ਕਾਬਲ ਬਣਿਆ, ਬਾਜ਼ਾਰ 'ਚ ਵਿਕਿਆ। ਇਹ ਕਹਿੰਦਾ ਨਾਂਗੇ ਤੋਂ ਮੈਨੂੰ ਕੁਝ ਨਹੀਂ ਮਿਲਣਾ। ਇਹ ਆਵਾਜ਼ ਆ ਰਹੀ ਜੀ ਘੜੇ 'ਚੋਂ। ਉਹ ਕਿਰਪਾ ਤਾਂ ਆਪੇ ਕਰ ਰਿਹਾ, ਖੇਲ ਰਹੇ। ਜਦੋਂ ਪਾਣੀ ਲੈ ਕੇ ਆ ਗਏ, ਸਲੋਤਰ ਫੜਿਆ, ਇੱਥੇ ਕੁੱਟਣਾ ਸ਼ੁਰੂ ਕਰਤਾ। ਭੱਜਾ ਇੱਥੇ ਜਾਣ ਇਹ ਨਾਗੇ ਤੋਂ ਨਹੀਂ ਕੁਛ ਮਿਲਣਾ, ਜਿੱਥੋਂ ਮਿਲਦਾ ਚਲੇ ਜਾ। ਗਏ ਨਹੀਂ, ਉੱਥੇ ਹੀ ਬੈਠੇ ਭੁੱਖਣ ਬਣ। ਕਹਿੰਦੇ ਜਾਂਦਾ ਨਹੀਂ। ਕਹਿੰਦੇ ਬਿਆਦਰ ਨਾ ਹੀ ਕੈਦਰ ਜਾਓ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਹੁਣ ਤਾਂ ਤੁਹਾਡਾ ਖਰੀਦਿਆ ਹੋਇਆ, ਜਾਣਾ ਕਿੱਥੇ? ਗੁਰੂ ਘਰ ਤੋਂ ਬਿਨਾਂ ਕਿੱਥੇ ਜਾਣਾ? ਜੇਲੇ ਦੇਖ ਲਿਆ ਪਰਖ ਵਿੱਚ ਪੂਰਾ, ਕਹਿੰਦੇ ਜਾਓ ਦਰਬਾਰ ਸਾਹਿਬ ਸੇਵਾ ਕਰੋ। ਸ਼੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਤੋਂ। ਕਹਿੰਦੇ ਮਹਾਰਾਜ ਮੈਨੂੰ ਕੋਈ ਜਾਣਦਾ ਨਹੀਂ। ਕਹਿੰਦੇ ਮਹਾਰਾਜ ਜਾਣਨਗੇ। ਧੰਨ ਧੰਨ ਬਾਬਾ ਸ਼ਾਮ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ
ਜਿਨ੍ਹਾਂ ਦੇ ਡੇਰੇ ਤੋਂ ਅੱਜ ਵੀ ਕੜਾਹ ਪ੍ਰਸ਼ਾਦ ਦੇਗ ਅੰਮ੍ਰਿਤਸਰ ਸਾਹਿਬ ਆਉਂਦੀ, ਦਰਬਾਰ ਸਾਹਿਬ ਅਰਦਾਸ ਹੁੰਦੀ, ਜਿਹੜੀਆਂ ਸੰਗਤਾਂ ਸਵੇਰੇ ਮਿਲਦੀਆਂ ਨੇ, ਅਤੇ ਹਾਵਲ ਦਾ ਰਾਜਮਾ ਪ੍ਰਸ਼ਾਦ ਮਿਲਦਾ ਉਹਨਾਂ ਨੂੰ, ਜਿਹੜੇ ਤੜਕੇ ਸੇਵਾ ਕਰਦੇ ਹੁੰਦੇ ਆ। ਬਾਬਾ ਜੀ ਦੇ ਅਸਥਾਨ ਤੋਂ ਆਉਂਦਾ ਬਾਬਾ ਸ਼ਾਮ ਸਿੰਘ ਜੀ ਬ੍ਰਹਮ ਗਿਆਨੀ, ਜਿਹਨੇ 70 ਸਾਲ ਸਰੰਦਾ ਫੜ ਕੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਨਿਸ਼ਕਾਮ ਕੀਰਤਨ ਕੀਤਾ। ਕੋਈ ਤਨਖਾਹ ਨਹੀਂ, ਨਿਸ਼ਕਾਮ। ਬਸ ਸੰਗਤਾਂ ਨੂੰ ਲੈ ਕੇ ਚੱਲ ਪਏ ਬਾਹਰ। ਕਹਿੰਦੇ ਮਹਾਰਾਜ ਕਿੱਥੇ ਚੱਲੇ ਅੱਜ? ਕਹਿੰਦੇ 2 ਹੰਸ ਆ ਰਹੇ ਆ ਇਸ ਮਾਨ ਸਰੋਵਰ 'ਤੇ, ਉਹਨਾਂ ਨੂੰ ਲੈਣ ਲਈ। ਕੌਣ ਕੌਣ? ਬਾਬਾ ਗੁਰਮੁਖ ਸਿੰਘ ਅਤੇ ਬਾਬਾ ਸਾਧੂ ਸਿੰਘ। ਪਹਿਲਾਂ ਸੇਵਾ ਝਾੜੂਆਂ ਤੋਂ ਸ਼ੁਰੂ ਹੋਈ, ਬਾਲਟੀਆਂ ਆ ਗਈਆਂ, ਟਾਟ ਆ ਗਏ। ਹੁਣ ਪਹੁੰਚਦੀ ਪਹੁੰਚਦੀ ਕਿੱਥੇ ਪਹੁੰਚ ਗਈ? ਸ਼ੁਰੂਆਤ ਤਾਂ ਇੱਥੋਂ ਹੀ ਸੀ। ਗੁਰੂ ਰਾਮਦਾਸ ਦੇ ਦਰਬਾਰ ਦੀ, ਖਡੂਰ ਸਾਹਿਬ, ਨਨਕਾਣਾ ਸਾਹਿਬ, ਡੇਰਾ ਸਾਹਿਬ, ਮੁਕਤਸਰ ਸਾਹਿਬ, ਕਿੱਥੇ ਕਿੱਥੇ ਘਾਲ ਘੱਲਣੀ ਪੈਂਦੀ ਹੈ, ਕਮਾਈ ਕਰਨੀ ਪੈਂਦੀ ਹੈ। ਅੱਜ ਕਮਾਈ ਦੀ ਲੋੜ ਨਹੀਂ, ਸਿੱਧਾ ਹੀ ਕਹਿੰਦੇ ਸਾਨੂੰ ਡਿਪਲੋਮਾ ਮਿਲ ਗਿਆ, ਡਿਗਰੀ ਮਿਲ ਗਈ। ਕੀ ਆਸ ਰੱਖਦੇ ਉੱਥੋਂ ਕੀ ਮਿਲੇਗਾ? ਆ ਕਦੇ ਬੂਟੇ ਨੂੰ ਪਾਣੀ ਪਾ ਕੇ ਅੰਬ ਤਾਂ ਮਿਲਣੋਂ ਹੀ ਰਹੇ, ਉਹ ਤਾਂ ਅੰਬ ਦੇ ਬੂਟੇ ਨੂੰ ਪਾਵਾਂਗੇ ਫੇਰ ਹੀ ਮਿਲੂਗਾ। ਇਹ ਸੰਸਾਰ ਦੀ ਦਸ਼ਾ ਤਾਂ ਐਸੀ ਬਣੀ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਮਨ ਚੰਚਲਾ। ਇੱਕ ਵਾਰੀ ਇਕੱਠੇ ਹੋ ਗਏ ਸਾਰੇ ਜਥੇਦਾਰ, ਬਾਬਾ ਸਾਧੂ ਸਿੰਘ ਜੀ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਕਿੰਨੇ ਕਿੰਨੇ ਸਾਲ ਸੇਵਾ ਕਰਦਿਆਂ ਹੋ ਗਏ, ਮਹਾਂਪੁਰਖਾਂ ਨੂੰ ਬੇਨਤੀ ਕਰੋ ਸਾਨੂੰ ਵੀ ਕੁਝ ਮਿਲ ਜਾਏ। ਉਹਨੇ ਦੇਖਿਆ ਭਾਈ ਖੁਸ਼ ਬੈਠੇ ਆ, ਉਹ ਲੈ ਕੇ ਉਹ ਚਲੇ ਗਏ। ਕਹਿਣ ਲੱਗੇ ਆਪ ਭਾਈ ਕਿਵੇਂ ਆ? ਕਹਿੰਦੇ ਮਹਾਰਾਜ ਜਥੇਦਾਰ ਕਹਿੰਦੇ ਇੰਨੇ ਚਿਰ ਦੇ ਸੇਵਾ ਕਰਦੇ ਵੀ ਸਾਨੂੰ ਵੀ ਕੁਝ ਮਿਲ ਮਿਲਾ ਜਾਏ। ਕਹਿਣ ਲੱਗੇ ਇਹ ਜਥੇਦਾਰ ਐਸੇ ਹੈ ਜਿਵੇਂ ਮੁਰਦਾਰਪੁਰ ਗਿਲਜਾਂ ਟੂਟ ਪੜਤੀ ਹੈ, ਇਹ ਮਾਇਆ ਪਰ ਐਸੇ ਟੂਟ ਪੜेंगे। ਉਰਦੂ ਬੋਲਦੇ ਹੁੰਦੇ ਸੀ। ਬਾਬਾ ਸਾਧੂ ਨੇ ਕਿਹਾ ਵੀ ਆਏ ਤਾਂ ਵਰਦਾਨ ਲੈਣ ਸੀ, ਇਹ ਚਰਖਾ ਤਾਂ ਉਲਟਾ ਹੀ ਘੁੰਮ ਗਿਆ। ਕਹਿੰਦੇ ਬਾਹਰ ਹੋ ਜਾਓ, ਹੋਰ ਕਰੜਾ ਸ਼ਬਦਾਂ ਨਿਕਲ ਜਾ। ਫਿਰ ਸਮਾਂ ਬੀਤਿਆ, ਫਿਰ ਮੌਕਾ ਦੇਖਿਆ ਕਿ ਮਹਾਂਪੁਰਖ ਇਕੱਲੇ ਬੈਠੇ ਆ ਇਕਾਂਤ ਵਿੱਚ। ਆ ਭਾਈ ਕਿਵੇਂ ਆਇਆ? ਕਹਿੰਦੇ ਮਹਾਰਾਜ ਅੱਗੇ ਵੀ ਆਇਆ ਸੀ, ਇਹ ਜਥੇਦਾਰਾਂ ਲਈ ਬੇਨਤੀ ਕਰਨ ਵਾਸਤੇ, ਤੇ ਬਚਨ ਕੁਝ ਸਖਤ ਹੋ ਗਏ ਸੀ। ਫਿਰ ਕਹਿਣ ਲੱਗੇ ਮਾਇਆ ਬਹੁਤ ਹੋਏਗੀ, ਸੇਵਾ ਬਹੁਤ ਹੋਏਗੀ, ਮਾਨ ਵਡਿਆਈ ਮਿਲ ਜਾਏਗੀ, इनमें संत नहीं कोई भी होगा। फिर हा वचन कढ़ कमाई करनी पैंदी है। संत लोगों के बनाए नहीं बनते, बहुती भीड़ संत नहीं बनाती, राजनीतिक बंदे संत नहीं बना सकते। डांग दे जोर नाल साधु नहीं कोई बनता, एक कमाई करनी पैंदी है। कमाई करके रूहानी बख्शिश मिलती है। धन गुरु अमरदास साहब जी महाराज बैठे सी ना चौंकी ते, धन गुरु अंगद साहब के सुपुत्र दातू जी आ गए। कल साडे घरे पानी ढोंदा हुंदा सी, भांडे मांजदा सी, अज गुरु बन के बह गया। असीं गुरु अंश हां। महाराज बैठे सी, बिरध शरीर सी, आके बखी च महाराज दे लत्त मारी, महाराज चौंकी तो नीचे गिर गए। सेवादार इशारा भालदे सी, महाराज ने उंगल फेरती, नहीं ये गुरु पुत्र आ, उठे उन्होंने चरण फड़ लै।
ਇੱਕ ਤਾਂ ਬਿਰਧ ਸਰੀਰ ਹੈ, ਇੱਕ ਮੈਂ ਬਹੁਤ ਮੁਸ਼ੱਕਤ ਵਾਲਾ ਕੰਮ ਕੀਤਾ। ਤੁਹਾਡੇ ਚਰਨ ਵਾਲੇ ਕੋਮਲਿਆ ਸੱਟ ਲੱਗ ਗਈ ਹੋਣੀ ਹੈ, ਮਾਫ ਕਰ ਦਿਓ। ਇਹ ਬੁੱਢੜੇ ਨੂੰ ਮੈਂ ਉੱਠ ਕੇ ਤੁਹਾਡਾ ਸਤਿਕਾਰ ਸਵਾਗਤ ਨਹੀਂ ਕੀਤਾ, ਇਹ ਤੁਸੀਂ ਮੈਨੂੰ ਸਮੱਤ ਦਿੱਤੀ ਹੈ। ਉਹ ਕਿੱਥੇ ਖੜੇ ਆ? ਇਉਂ ਘਾਲਣਾ ਘਾਲ ਘਾਲ, ਇੰਨੀ ਨਿਮਰਤਾ, ਇੰਨੀ ਹਲੀਮੀ। ਇਸ ਵਾਸਤੇ ਥਿਓ ਪਵਾਹੀ ਦਬ, ਫਰੀਦਾ ਥਿਓ ਪਵਾਹੀ ਦਬ, ਜੇ ਤੂੰ ਔਰ ਕਹਿੰਦੇ ਚਟਾਈ ਬਣਨੀ ਆ ਨਾ, ਉਹ ਡੱਬ ਨੂੰ ਪੈਰਾਂ ਥੱਲੇ ਮਸਲਦੇ ਆ, ਫਿਰ ਉਹਦੀ ਸਾਹ ਬਣਦੀ ਹੈ। ਥਿਓ ਪਵਾਹੀ ਦਬ, ਜੇ ਤੂੰ ਜੇ ਸਾਈਂ ਲੋੜ ਹੈ ਸਭ। ਹਾਂਜੀ, ਤੇ ਜੇ ਮਾਲਕ ਨੂੰ ਭਾਲਣਾ ਚਾਹੁੰਦਾ, ਫਿਰ ਜਾ ਕੇ ਉਹਦੇ ਦਰਬਾਰ ਵਿੱਚ ਕਬੂਲ ਹੁੰਦੀ ਹੈ। ਅੱਜ ਹੁਣ ਕਹਿੰਦੇ ਸਿੱਧਾ ਹੀ ਸਕੂਲ 'ਚ ਕੋਈ ਦਾਖਲਾ ਲਿਆ ਨਹੀਂ, ਕਲਾਸ ਅਟੈਂਡ ਨਹੀਂ ਕੀਤੀ, ਕਿਸੇ ਉਸਤਾਦ ਦੀ ਮਾਰ ਨਹੀਂ ਖਾਧੀ, ਪ੍ਰੀਖਿਆ ਦਿੱਤੀ ਨਹੀਂ, ਪ੍ਰਮਾਣ ਪੱਤਰ ਲਿਆ ਨਹੀਂ, ਤੂੰ ਸਿੱਧਾ ਹੀ ਬਣ ਗਿਆ ਸੰਤ। ਇਹ ਲੋਕਾਂ ਦੇ ਬਣਾਏ ਸੰਤ ਨੇ। ਸੰਤ ਜਿਹੜਾ ਉਹ ਸੰਤ ਦੁਆਰਾ ਸੰਤ ਬਣਦਾ, ਕਮਾਈ ਨਹੀਂ। ਇਕੱਠੇ ਹੋ ਗਏ ਕਿ ਇਹਨੂੰ ਪੱਗ ਬਣਾਤੀ, ਇਉਂ ਨਹੀਂ ਹੁੰਦਾ। ਇਕੱਠੇ ਹੋ ਕੇ ਲੀਡਰ ਭੀੜ ਨੇ ਬਣਾ ਦਿੱਤਾ। ਇਸ ਵਾਸਤੇ ਲੀਡਰ ਬਣਨ ਵਾਸਤੇ ਵੀ ਜਪ ਤਪ ਦੀ ਲੋੜ ਆ। ਮਹਾਰਾਜ ਅਰੰਗੇ ਨੂੰ ਕਹਿੰਦੇ, ਉਹ ਅਰੰਗਿਆ ਸੁਣ ਲੈ, ਜਿਹੜੀ ਦਿੱਲੀ ਦਾ ਹੰਕਾਰ ਕਰਦਾ ਨਾ, ਇਹ ਦਿਲੂ ਪਾਤਸ਼ਾਹ ਮਹਾਰਾਜਾ ਦਲੀਪ ਨੇ ਵਸਾਇਆ ਸੀ ਸ਼ਹਿਰ ਦਿੱਲੀ। ਉਹਦੇ 4 ਪੁੱਤਰ ਸਨ। ਪ੍ਰੀਖਿਆ ਕੀਤੀ, ਇੱਕ ਨੂੰ ਦਾ ਖਜ਼ਾਨਾ ਦੇ ਦਿੱਤਾ, ਇੱਕ ਨੂੰ ਹਾਥੀ ਘੋੜੇ ਦੇ ਦਿੱਤੇ, ਇੱਕ ਨੂੰ ਕਿਸੇ ਪਾਸੇ ਦਾ ਸੂਬਾ ਨਿਯੁਕਤ ਕਰਤਾ, ਇੱਕ ਨੂੰ ਇੱਕ ਮੂੰਗੀ ਦਾ ਦਾਣਾ, ਇੱਕ ਦਾਲ ਦਾ ਦਾਣਾ ਦਿੱਤਾ, ਛੋਲਿਆਂ ਦੀ ਦਾਲ ਦਾ। ਸਿਰਫ 2 ਚੀਜ਼ਾਂ। ਉਹ ਬਾਕੀ ਤਾਂ ਐਸ਼ ਪ੍ਰਸਤੀ 'ਚ ਹੋ ਕੇ ਕਹਾਣੀ ਬੜੀ ਲੰਬੀ ਹੈ, 10ਵੇਂ ਗ੍ਰੰਥ ਵਿੱਚ ਲਿਖੀ ਹੋਈ ਹੈ। 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕਿਹਾ, ਜਿਹੜੀ ਦਿੱਲੀ ਦਾ ਹੰਕਾਰ ਕਰਦਾ ਸੁਣ ਲੈ, ਸਾਡੇ ਬਜ਼ੁਰਗ ਮਹਾਰਾਜਾ ਦਲੀਪ ਨੇ ਵਸਾਈ ਸੀ ਦਿੱਲੀ। ਹੁਣ ਪੁੱਤਰਾਂ ਦੀ ਪ੍ਰੀਖਿਆ ਕਿਵੇਂ ਕੀਤੀ, ਸਭ ਨੇ ਫੂਕ ਫਾਕ ਲਿਆ, ਸਾਖੀ ਲੰਮੀ ਹੈ। ਤੇ ਜਿਹੜਾ ਉਹ ਪੁੱਤਰ ਸੀ ਨਾ, ਉਹਨ ਮੂੰਗੀ ਦਾ ਦਾਣਾ ਬੀਜ ਕੇ ਮੂੰਗੀ ਵਧਾਈ, ਔਰ ਛੋਲਿਆਂ ਦੀ ਦਾਲ ਬਟਾ ਕੇ ਇੱਕ ਸਾਬਤਾ ਦਾਣਾ ਛੋਟਾ ਜਿਹਾ ਲੈ ਲਿਆ, ਉਹ ਬੀਜਿਆ। ਜੰਗਲ ਕੱਟ ਕੱਟ ਕੇ, ਧਰਤੀ ਆਬਾਦ ਕਰ ਕਰਕੇ ਬਹੁਤ ਭੰਡਾਰ ਅੰਨ ਦੇ ਪੈਦਾ ਕੀਤੇ। ਫਿਰ ਫੌਜਾਂ ਘੋੜੇ ਰੱਖ ਲੈ, ਕਿਲੇ ਕੋਸ਼ ਬਣਾ ਲੈ। ਦੇਖਿਆ ਇਹ ਪ੍ਰੀਖਿਆ 'ਚ ਪਾਸ ਹੋਇਆ, ਉਸ ਨੂੰ ਕਹਿੰਦੇ ਗੱਦੀ ਦਿੱਤੀ ਸੀ। ਤੂੰ ਭਰਾਵਾਂ ਨੂੰ ਮਾਰ ਕੇ, ਪਿਓ ਨੂੰ ਜੇਲ੍ਹ ਸਿੱਟ ਕੇ, ਪਾਣੀ ਤੋਂ ਵੀ ਤੜਫਾ ਤੜਫਾ ਮਾਰਿਆ, ਫਕੀਰਾਂ ਦੇ ਉੱਤੇ ਸਰਮਾਦਾ ਰਗੇ, 9ਵੇਂ ਪਾਤਸ਼ਾਹ ਰਗੇ ਪੈਗੰਬਰਾਂ ਤੇ ਤਲਵਾਰਾਂ ਚੱਕੀਆਂ, ਗੁਰਸਿੱਖਾਂ ਤੇ ਆਰੇ, ਦੇਗਾਂ 'ਚ ਉਬਾਲੇ, ਲੋਗੜ ਬਨ ਬਨ, ਬੇਨਵਾ ਫਕੀਰ, ਬੇੜੀਆਂ ਭਰ ਭਰ ਡੋਬ ਡੋਬ ਮਾਰੇ। ਜਿਹੜੀ ਦਿੱਲੀ ਦਾ ਹੰਕਾਰ ਕਰਦਾ, ਉਸ ਪੁੱਤਰ ਨੇ, ਉਹਦੇ ਨੇ ਮੂੰਗੀ ਪਟਨ ਸ਼ਹਿਰ ਵਸਾਇਆ, ਮੂੰਗੀ ਦੇ ਨਾਂ ਤੇ। ਦਾਲ ਦਾ ਦਾਣਾ ਸੀ ਨਾ, ਉਹਦੇ ਤੇ ਦਿੱਲੀ ਵਸਾਈ। ਜਿਹਦਾ ਤੂੰ ਹੰਕਾਰ ਕਰ ਰਿਹਾ, ਕਹਿੰਦੇ ਸਾਨੂੰ ਤੇਰਾ ਹੰਕਾਰ ਤੋੜਨ ਵਾਸਤੇ ਭੇਜਿਆ। ਤੋੜ ਵੀ ਦਿੱਤਾ ਮਹਾਰਾਜ। ਸਿੰਘ ਕਹਿੰਦੇ ਮਹਾਰਾਜ ਨੂੰ ਚੁੱਕ ਦਈਏ, ਕਹਿੰਦੇ ਨਹੀਂ, ਕਹਿੰਦੇ ਤੁਸੀਂ, ਕਹਿੰਦੇ ਮੈਂ ਮਾਰੂਗਾ ਮੁਕਤ ਹੋ ਜੂ, ਤੁਸੀਂ ਮਾਰਿਆ ਸਿੱਖਾਂ ਦੇ ਜੰਮ ਪਊ, ਇਹਨੂੰ ਕਲਮ ਨਾ ਮਾਰ ਕੇ ਨਰਕ ਵਿੱਚ ਸੁੱਟਣਾ।
ਗੱਜ ਕੇ ਬੋਲੋ। ਵਾਹਿਗੁਰੂ। ਉਹ ਦੀਨੇ ਕਾਂਗੜ ਤੋਂ ਫਿਰ ਜਫਰਨਾਮਾ ਲਿਖਿਆ ਜਿੱਤ ਦੀ ਚਿੱਠੀ। ਉਹਦੇ 11 ਹਕਾਤਾਂ ਇਹੋ ਜਿਹੀਆਂ ਕਹਾਣੀਆਂ ਸੁਣਾ ਸੁਣਾ ਕੇ ਉਹਨੂੰ ਬੇਸ਼ਰਮ ਕੀਤਾ। ਜਿਹੜੇ ਪੜ੍ਹਿਆ ਕਰਤੂਤਾਂ ਸਾਹਮਣੇ ਆਈਆਂ ਤੇ ਉਦੋਂ ਹੀ ਹਲਟ ਫੇਰ ਹੋ ਗਿਆ। ਚਤਰਾਈ ਨਾ ਤੂੰ ਰਾਜ ਲਿਆ, ਚਤਰਾਈ ਨਾ ਗੱਦੀ, ਚਾਹੇ ਧਾਰਮਿਕ ਪੱਖ ਚਾਹੇ ਸਮਾਜਿਕ ਰਾਜ ਦੀ ਪੱਖ, ਉੱਥੇ ਨਿਆਂ ਧਰਮ ਰਹਿ ਜਾਏਗਾ। ਪਾਤਸ਼ਾਹ ਕਿਰਪਾ ਕਰਕੇ ਦੱਸਦੇ ਆ ਇਹ ਮਨ ਦੀ ਚੰਚਲਤਾ ਦੇ ਨਾਲ ਕੁਝ ਵੀ ਚਤਰਾਈ ਚੁਸਤੀ ਚਲਾਕੀ ਨਾਲ ਪ੍ਰਾਪਤ ਹੋਣ ਵਾਲੀ ਚੀਜ਼ ਨਹੀਂ ਹੈ। ਚਤੁਰਾਈ ਨਾ ਪਾਇਆ ਕਿਨੈ, ਅੱਜ ਤੀ ਕਿਸੇ ਨੇ ਚਤਰਾਈ ਨਾ ਨਹੀਂ ਪਾਇਆ। ਪਿਰਥੀ ਚੰਦ ਵਰਗਾ ਸਿਆਣਾ ਬੰਦਾ, ਪੜ੍ਹਿਆ ਲਿਖਿਆ ਵੀ ਬਹੁਤ, ਆਈ ਗਈ ਸੰਗਤ ਦੀ ਵਿਵਸਥਾ ਕਰਨ ਲਈ ਵੀ ਬੜਾ ਹੁਸ਼ਿਆਰ ਸੀ, ਮਾਇਆ ਸਾਂਭਣ ਵਾਸਤੇ ਵੀ ਬੜਾ ਹੁਸ਼ਿਆਰ ਸੀ, ਗੱਲਬਾਤ ਵਾਸਤੇ ਵੀ ਬੜਾ ਚੁਸਤ ਚਲਾਕ ਸੀ, ਪਬਲਿਕ ਦਾ ਪੱਖ ਵੀ ਬੜਾ ਬਣਾਇਆ ਹੋਇਆ ਸੀ। ਮਹਾਰਾਜ ਨਾਲ ਵੀ ਝਗੜਾ ਕਰਦਾ ਰਿਹਾ, ਸ਼ਬਦ ਵੀ ਆਉਂਦਾ ਕਾਹੇ ਪੂਤ ਝਗੜਤ ਹੋਂ ਸੰਗ ਬਾਪ, ਆਉਂਦਾ ਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ, ਇਹਦੇ ਬਾਰੇ ਹੀ ਆ। ਫਿਰ ਕਹਿੰਦਾ ਮੈਂ ਜਹਾਂਗੀਰ ਨੂੰ ਮਿਲ ਕੇ ਵੱਡਾ ਪੁੱਤ ਹਾਂ, ਮੈਂ ਗੱਦੀ ਲੈ ਲੂੰ। ਆਪਣੇ ਪੱਖ ਦਾ ਟੋਲਾ ਇਕੱਠਾ ਕਰਕੇ ਪੱਗ ਵੀ ਬਣਾ ਲਈ ਸੀ। ਤਤੀਆਂ ਤਵੀਆਂ ਤੇ ਬਹਾਉਣ ਵਾਸਤੇ ਚੰਦੂ ਦਾ ਵੀ ਸ਼ਰੀਕ ਬਣਿਆ। ਔਰ ਹਰਮੰਦਰ ਵੀ ਹੇਰ ਪਿੰਡ ਵਿੱਚ ਰਚ ਲਿਆ, ਸਰੋਵਰ ਵੀ ਬਣਾ ਲਿਆ। ਪਰ ਧੰਨ ਗੁਰੂ ਅਰਜਨ ਸਾਹਿਬ ਨੂੰ ਜਿਹੜੀ ਬਖਸ਼ਿਸ਼ ਮਿਲੀ ਸੀ, ਸੁਲਹੀ ਖਾਂ ਸੁਲਭੀ ਖਾਂ ਵੀ ਚੜਾ ਕੇ ਲਿਆਇਆ, ਉਹ ਨਹੀਂ ਲੈ ਸਕਿਆ। ਫਿਰ ਪੁੱਤ ਦੀ ਆਸ ਸੀ, ਮਾਤਾ ਜੀ ਵਸਤਰ ਸੁਕਾਉਂਦੇ ਸੀ ਨਾ, ਕੋਈ ਅਲੇਹਾ ਨਾ ਲੱਗ ਜਾਏ। ਤੇ ਜਠਾਣੀ ਕਰਮੋਂ ਨੇ ਦੇਖ ਲਿਆ, ਕਹਿੰਦੇ ਮੈਂ ਗੁਰਾਣੀ ਹੁੰਦੀ ਤੇ ਮੈਨੂੰ ਮਿਲਦੇ, ਤੂੰ ਕਹਿੰਦਾ ਮੇਰੇ ਬਚਨ ਸ਼ਕਤੀ ਬੜੀ ਹੈ। ਕਹਿੰਦੇ ਇਹਨਾਂ ਦੇ ਕਿਹੜਾ ਪੁੱਤਰ ਆ, ਆਪਣਾ ਹੀ ਹੋਣਾ। ਦੇਖ ਲਓ ਬੰਦੇ ਨੂੰ ਆਪ ਨਹੀਂ ਪਈ ਮੈਂ ਮਰਨਾ। ਅਵਰ ਮੂਏ ਕਿਆ ਸੋਗ ਕਰੀ ਜੈ ਤੋ ਕੀਜੈ, ਜੋ ਆਪਨ ਜੀਜੈ, ਵੀ ਤੂੰ ਜਿੰਦਾ ਰਹੇਗਾ। ਫਿਰ ਇਹ ਸੀ ਵੀ ਮਿਹਰਬਾਨ ਨੂੰ ਮਿਲ ਜੂਗੀ। ਤੇ ਜਦੋਂ ਵੀ ਬਾਬਾ ਬੁੱਢਾ ਸਾਹਿਬ ਦੇ ਵਰਦਾਨ ਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਗਏ, ਫਿਰ ਤਾਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਨਾ। ਬੜਿਆਂ ਨੇ ਤੇ ਚਤਰਾਈਆਂ, ਧੀਰਮਲ ਨੇ ਥੋੜ੍ਹੀ ਚਤਰਾਈ ਕੀਤੀ। ਜਿੰਨਿਆਂ ਸੋਢੀ ਗੁਰੂ ਅੰਸੀ ਕਹਾਉਂਦੇ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼ੀਹੇ ਮਸੰਦ ਨੇ ਗੋਲੀ ਚਲਾਈ। ਮਾਤਾ ਜੀ ਕਹਿੰਦੇ ਅੱਜ ਮੇਰੇ ਸਾਹਿਬਜ਼ਾਦੇ ਬਾਲ ਬਚ ਗਏ। ਮਾੜਾ ਜਿਹਾ ਮਸਤਕ ਨੂੰ ਛੋਹ ਕੇ ਨਿਕਲ ਗਈ ਸੀ ਜਦੋਂ ਮਹਾਰਾਜ ਘੋੜੇ ਤੇ ਸਵਾਰ ਬਾਹਰ ਗਏ ਸੀ। ਪਾਤਸ਼ਾਹ ਕਹਿੰਦੇ ਇਉਂ ਇਹ ਚੀਜ਼ਾਂ ਪ੍ਰਾਪਤ ਹੋਣ ਵਾਲੀਆਂ ਨਹੀਂ। ਤੇ 27 ਸਾਲ 9 ਮਹੀਨੇ 9 ਦਿਨ 9 ਘੜੀਆਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਵੇਂ ਜਪ ਤਪ ਕੀਤਾ। ਕਰਤਾਰਪੁਰ ਦੇ ਜੰਗ ਵਿੱਚ ਬਹਾਦਰੀ ਦੇ ਕਿਵੇਂ ਜੋਹਰ ਦਿਖਾਏ। ਇਤਿਹਾਸ ਦੱਸਦਾ ਪਹਿਲਾ ਨਾਮ ਤਿਆਗਮਲ ਸੀ, ਕਿਉਂਕਿ ਬਿਰਤੀ ਤਿਆਗ ਬਰਾਗ ਵਾਲੀ ਸੀ। ਫਿਰ ਮਹਾਰਾਜ ਕਹਿੰਦੇ ਮੇਰਾ ਤੇਗ ਬਹਾਦਰ ਆ, ਇਹ ਤਾਂ ਤਲਵਾਰ ਦਾ ਵੀ ਬਹੁਤ ਧਨੀ। ਜੇ ਤਲਵਾਰ ਫੜ ਲਈ ਉਹ ਵੀ, ਤੇ ਜੇ ਤਲਵਾਰ ਦਾ ਬਾਹਰ ਝੱਲਿਆ ਦਿੱਲੀ, ਆ ਸਾਰਾ ਹਿੰਦੁਸਤਾਨ ਦਾ ਧਰਮ ਬਚਾ ਗਿਆ ਕੁਰਬਾਨੀ ਦੇ ਕੇ। ਗੱਜ ਕੇ ਬੋਲੋ ਵਾਹਿਗੁਰੂ। ਇਹ ਉਹਨਾਂ ਦੀ ਦੇਣ ਆ। ਅੱਜ ਸਾਨੂੰ ਸਭ ਕੁਝ ਭੁੱਲ ਭੁਲਾ ਗਿਆ, ਮਨਮੁਖ ਬਣੇ ਫਿਰਦੇ ਆ, ਕਿਤੇ ਮਨ ਦਾ ਟਿਕਾਏ ਹੈ ਨਹੀਂ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਅੱਗੇ ਚਤੁਰਾਈ ਨਾ ਪਾਇਆ ਕਿਨੇ, ਕਿਸੇ ਨੇ ਵੀ ਅੱਜ ਤਾਈਂ ਚਤਰਾਈ ਨਾ ਕੁਝ ਨਹੀਂ ਪਾਇਆ। ਚੁਸਤੀ ਚਲਾਕੀ ਕਰਨ ਵਾਲਾ ਬੰਦਾ 4 ਦਿਨ ਤਾਂ ਠਾਠਾ ਬਾਗਾ ਜਿਹਾ ਹੁੰਦਾ। ਆ ਥੋੜਿਆਂ ਨੇ ਕੀਤੀਆਂ ਚੁਸਤੀਆਂ ਚਲਾਕੀਆਂ ਗੁਰੂ ਬਣਨ ਦੀਆਂ। ਫਿਰ ਪੋਲ ਖੁੱਲ੍ਹੇ ਹੀ ਜਾਂਦੇ ਥੋੜ੍ਹੇ ਦਿਨਾਂ ਬਾਅਦ, ਸਾਹਮਣੇ ਆ ਜਾਂਦਾ ਨਕਸ਼ਾ। ਉੱਚੀ ਦੁਕਾਨ ਫਿੱਕਾ ਭਗਵਾਨ। ਪਾਤਸ਼ਾਹ ਕਹਿੰਦੇ ਹਨ ਚਤਰਾਈ ਨਾ ਕਿਸੇ ਨੇ ਵੀ ਅੱਜ ਤੇ ਨਹੀਂ ਪਾਇਆ। ਇਹ ਤਾਂ ਨਿਮਰਤਾ ਦਾਸਾ ਭਾਵ ਧਾਰ ਕੇ, ਜਿਵੇਂ ਪਾਤਸ਼ਾਹ ਕਹਿੰਦੇ ਦਾਸਨ ਦਾਸਾ ਕਰੋ ਰਾਏ, ਦਾਸਾਂ ਦਾ ਦਾਸ ਧੰਨ ਗੁਰੂ ਰਾਮਦਾਸ ਮਹਾਰਾਜ।
ਬਖਸ਼ਿਸ਼ ਪਾ ਕੇ ਕਿੰਨੀ ਨਿਮਰਤਾ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਮੋਕੋ ਰਾਮ ਨਾਮ ਪ੍ਰਗਾਸ। ਗੱਦੀ ਪਾ ਕੇ ਹੋਮੇ ਨਹੀਂ, ਕਹਿੰਦੇ ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਸ਼੍ਰੀ ਗੁਰੂ ਰਾਮਦਾਸ। ਜੇ ਇੰਨੀ ਨਿਮਰਤਾ, ਅੱਜ ਉਹਨਾਂ ਦਾ ਹਰਮੰਦਰ ਸਾਰੀ ਦੁਨੀਆ ਦਾ ਪੂਜਾ ਯੋਗ ਸਥਾਨ ਬਣਿਆ ਹੋਇਆ। ਦਰਬਾਰ ਸਾਹਿਬ, ਹਰਮੰਦਰ ਸਾਹਿਬ, ਗੱਜ ਕੇ ਬੋਲੋ ਵਾਹਿਗੁਰੂ। ਕਈਆਂ ਨੇ ਫਰਜੀ ਮੰਦਰ ਬਣਾ ਲਿਆ ਮੁਕਾਬਲੇ ਤੇ। ਪਹਿਲਾਂ ਤਾਂ ਉੱਥੇ ਪਾਣੀ ਨਾਲ ਖੜਦਾ ਹੁੰਦਾ, 68 ਤੀਰਥਾਂ ਦਾ ਪਾਣੀ ਲਿਆ ਕੇ ਪਾਇਆ, ਫੇਰ ਭੱਦਾਂ ਪਟ ਗਈਆਂ। ਫੇਰ ਕਿਸੇ ਨੇ ਕਿਹਾ ਉਹ ਕਿਉਂ ਈਰਖਾ 'ਚ ਪਏ ਆ, ਜੇ ਹੁਣ ਬਣਾਈ ਬੈਠੇ ਆ ਨਾ ਤੇ ਮਹਾਰਾਜ ਦੀ ਜਲ ਲਿਆ ਕੇ ਪਾ ਦਿਓ। ਫਿਰ ਸ਼ਰਮੋ ਵਿਚਾਰਮੀ ਚੋਰੀ ਛਪੋਰੀ ਕੀਤਾ। ਫਿਰ ਬਗਲੇ ਉੱਥੇ ਬੈਠੇ ਤੇ ਵਿੱਚ ਡਿੱਡੂ ਮੱਛ ਪੈਦਾ ਹੋ ਗਿਆ, ਗੜਿਆਂ ਗੜਿਆਂ ਕਰਨ। ਗੁਰੂ ਘਰ ਦੀ ਰੀਸ ਕੋ ਕਰ ਸਕਦਾ? ਉਹਨਾਂ ਦੀ ਰੀਸ ਕਰੇ ਸੋ ਬਗੁਚਿਆ ਜਿਨ ਹਰ ਪ੍ਰਭ ਹੈ ਰਖਵਾਰਾ। ਤੇ ਦਰਸ਼ਨੀ ਦੁਆਰਾਂ ਤੇ ਸਿਰਗਟਾਂ ਪੀ ਰਹੇ, ਇਹ ਗੁਰੂ ਨਾਨਕ ਦਾ ਘਰ ਹੈ। ਜੋਤਾਂ ਜਗਦੀਆਂ, ਧੂਪ ਧੁਖਦੇ ਆ, ਪਾਠ ਹੁੰਦੇ ਆ, ਕਥਾ ਕੀਰਤਨ ਹੁੰਦੇ ਆ, ਸੁਖਮਨੀ ਦੇ ਪਾਠ, ਧੁਨਾਂ ਚਾਰ ਚਫੇਰੇ ਨਾਮ ਬਾਣੀ ਦੀਆਂ। ਤਾਂ ਹੀ ਮਹਾਰਾਜ ਲਿਖ ਕੇ ਗਏ ਪੰਜਵੇਂ ਪਾਤਸ਼ਾਹ, ਡਿਠੈ ਸਭੈ ਥਾਵ ਨਹੀਂ ਤੁਧ ਜਿਹਿਆ, ਵਾਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਬਸਦੀ ਸਗਨ ਅਪਾਰ ਅਨੂਪ ਰਾਮਦਾਸ, ਹਰ ਹਾਂ ਨਾਨਕ ਅਸਮ ਲਿਜਾਏ ਨਾਇਆ ਰਾਮ ਨਾਇਆ ਰਾਮਦਾਸ। ਇਹ ਪਾਤਸ਼ਾਹ ਦਾ ਘਰ। ਮੁਕਾਬਲੇ ਕਈਆਂ ਨੇ ਕੀਤੇ। ਕਾ ਪਾਂਸ਼ਟਾ ਪਿੰਡ ਆ, ਉੱਥੇ ਇੱਕ ਕਾਲੂ ਹੁੰਦਾ ਸੀ, ਉਹਨੂੰ ਵੀ ਬਣਾਇਆ ਸੀ। ਲੋਕਾਂ ਨੂੰ ਕਹਿੰਦਾ ਇੱਥੇ ਆਇਆ ਕਰੋ, ਉੱਥੇ ਜਾਣ ਦੀ ਲੋੜ ਨਹੀਂ, ਸੁਖਨਾ ਪੂਰੀਆਂ ਹੋਣਗੀਆਂ। ਤੇ ਛੇਵੇਂ ਪਾਤਸ਼ਾਹ ਜੇ ਲੈ ਬਾਬਾ ਲੱਖੋ, ਇਹ ਮਹਿਰਾ ਸੀ, ਉਹ ਲੱਖੋ ਮਿਸਤਰੀ ਸੀ। ਹੁਣ ਕਿੱਲੇ ਕੱਢ ਕੇ ਕੱਢੇ, ਉਹ ਕਿੱਲਿਆਂ ਤੋਂ ਟਾਹਲੀ, ਟਾਹਲੀ ਸਾਹਿਬ ਗੁਰਦੁਆਰਾ ਹੈਗਾ। ਬਾਬਾ ਲੱਖੋ ਭਾਰਟਾ ਗਣੇਸ਼ਪੁਰ ਪਿੰਡ ਆ। ਫਿਰ ਮਹਾਰਾਜ ਨੂੰ ਦੱਸਿਆ ਸੰਗਤ ਨੇ, ਕਹਿੰਦੇ ਇਹਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਓ। ਫਿਰ ਲਿਆਂਦੀਆਂ, ਕਲਾ ਖਿੱਚ ਲਈ। ਫਿਰ ਪਚਨੰਗਲਾਂ ਪਿੰਡ ਉੱਥੇ ਜਾ ਕੇ ਲੱਭਿਆ। ਇਸ ਤਰ੍ਹਾਂ ਕਈਆਂ ਨੇ ਇਹੋ ਜਿਹੇ ਯਤਨ ਕੀਤੇ ਗੁਰੂ ਘਰ ਦਾ ਮੁਕਾਬਲਾ ਕਰਨ ਦੇ, ਉਵੇਂ ਪਏ ਆ। ਕਾਹਨੂੰ ਰੀਸ ਹੁੰਦੀ ਹੈ? ਬਰਕਤ ਕਿੱਥੋਂ ਲਿਆਉਣੀ ਹੈ? ਡਰਾਮੇਬਾਜ਼ੀ ਕਰਕੇ। ਇਸ ਤਰ੍ਹਾਂ ਕਈਆਂ ਨੇ ਬਹੁਤ ਡਰਾਮੇ ਕੀਤੇ ਹੈ ਕਿ ਗੁਰੂ ਬਣ ਕੇ। ਡਰਾਮਾ ਡਰਾਮਾ ਹੁੰਦਾ ਥੋੜ੍ਹੇ ਚਿਰ ਦਾ, ਸਦਾ ਥੋੜ੍ਹੀ ਰਹਿੰਦਾ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਬਖਸ਼ਿਸ਼ ਕਰਦੇ ਹਨ। ਤੂੰ ਸੁਣ ਮਨ ਮੇਰਿਆ। ਇਹ ਮਨਾਂ ਸੁਣ ਲੈ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਸੀ ਨਾ, ਜਿੱਥੇ ਪਤਾਲਪੁਰੀ ਸਥਾਨ ਆ, ਤੇ ਧੀਰਮਲ ਦੀ ਮਾਂ ਕਹਿੰਦੀ ਆਪਾਂ ਵੀ ਚੱਲੀਏ। ਵੀ ਅੱਗੇ ਤਾਂ ਤੂੰ ਰਹਿ ਗਿਆ, ਸ਼ਾਇਦ ਮਹਾਰਾਜ ਗੱਦੀ ਤੈਨੂੰ ਦੇ ਦੇਣ। ਇਹ ਚੁਸਤ ਚਲਾਕ ਬੜਾ ਸੀ ਪਿਰਥੀ ਚੰਦ ਵਾਂਗ। ਜਦੋਂ ਜੰਮਿਆ ਸੀ ਨਾ, ਮਹਾਰਾਜ ਨੂੰ ਵਧਾਈ ਆਈ। ਮਹਾਰਾਜ ਕਹਿੰਦੇ ਤਾਇਆ ਜੀ ਫੇਰ ਆ ਗਏ, ਹਾਲੇ ਗੱਦੀ ਦੀ ਭੁੱਖ ਗਈ ਨਹੀਂ। ਪਾਤਸ਼ਾਹ ਛੇਵੇਂ ਪਾਤਸ਼ਾਹ ਮੀਰ ਪੀਰ ਦੇ ਮਾਲਕ, ਇਹਨੇ ਕੀ ਕੀਤਾ, ਜਿੱਥੇ ਕੀਰਤਪੁਰ ਦਾ ਚੌਂਕ ਸੀ ਨਾ ਵੱਡਾ, ਉੱਥੇ ਜੀ ਆਸਣ ਲਾ ਲਿਆ, ਗੱਦੀ ਲਾ ਕੇ ਬੜੇ ਬੜੇ ਸਿਰਹਾਣੇ ਪਿੱਛੇ ਰੱਖ ਲੈ, ਚਾਂਦੀ ਦੇ ਸੋਨੇ ਦੇ ਚੋਬਦਾਰ ਛੜੀਆਂ ਬਣਾ ਕੇ ਖੜੇ ਕਰਤੇ, ਪੂਰਾ ਠਾਠਾ। ਹੁਣ ਸੰਗਤ ਬਹੁਤ ਆਈ ਸੀ, ਮਹਾਰਾਜ ਨੇ ਜੋਤੀ ਜੋਤ ਸਮਾਉਣਾ। ਤੇ ਇਹਨੇ ਕਿਹਾ ਵੀ ਹੁਣ ਮੌਕਾ ਬਹੁਤ ਹੈ, ਮਹਾਰਾਜ ਤੋਂ ਭੋਰੇ 'ਚ ਬੈਠੇ ਆ। ਪਹਿਲੇ ਦਿਨ ਹੀ ਪੂਜਾ, ਦੂਏ ਦਿਨ, ਕਿਉਂਕਿ ਨਵੀਂ ਸੰਗਤ ਨੂੰ ਪਤਾ ਵੀ ਨਹੀਂ ਨਾ ਹੁੰਦਾ, ਉਹ ਬਹੁਤ ਆ ਗਿਆ ਇਕੱਠ ਮਾਠ, ਬੜਾ ਚੜਾਵਾ ਜਿਹੜਾ, ਬੜਾ ਖੁਸ਼ ਪਿਆ, ਆਪਣਾ ਕੰਮ ਚੱਲ ਪਿਆ। ਉਧਰ ਜਿਹੜੇ ਸਿਆਣੇ ਸਿੰਘ ਸੀ ਕਹਿੰਦੇ ਮਹਾਰਾਜ ਧੀਰਮਲ ਦਾ ਆਹ ਕੰਮ ਕਰਕੇ ਬੈਠਾ। ਮਹਾਰਾਜ ਕਹਿੰਦੇ ਜਾਓ, ਇਹਨੂੰ ਧੱਕੇ ਮਾਰ ਕੇ ਕੱਢ ਦੜਾਓ ਇੱਥੋਂ ਇਹਨੂੰ। ਉੱਥੋਂ ਫਿਰ ਭਜਾਇਆ। ਕਹਿੰਦਾ ਮੇਰੀ ਤਾਂ ਜਿਹੜੀ ਅੱਗੇ ਬਣੀ ਹੋ ਸੀ ਉਹ ਵੀ ਗਈ ਆਈ। ਵੀ ਪਹਿਲਾਂ ਬੜਾ ਆਪਣੀ ਮਾਤਾ ਜੀ ਨੂੰ ਕੋਸੇ ਵੀ ਤੇਰੇ ਕਹੇ ਮੈਂ ਆ ਗਿਆ, ਨਹੀਂ ਤਾਂ ਮੇਰਾ ਬੜਾ ਸੋਹਣਾ ਟਕਟਕਾ ਉੱਥੇ ਕਰਤਾਰਪੁਰ ਚੱਲਿਆ ਹੋਇਆ ਸੀ। ਆਹ ਜਿਹੜਾ ਕੀਤਾ ਹੁਣ ਧੱਕੇ ਮਾਰ ਕੇ ਕੱਢਿਆ, ਬੇਇੱਜ਼ਤੀ ਕਰਾਈ, ਮੈਂ ਤੇਰੇ ਕਹੇ ਆ ਗਿਆ, ਗੱਦੀ ਦਾ ਕੀ ਮਿਲਣੀ ਸੀ, ਆਹ ਸਰੂਪਾ ਮਿਲਿਆ। ਇਸ ਕਰਕੇ ਮਹਾਰਾਜ
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਆ, ਹੇ ਮਨਾ ਸੁਣ ਲੈ, ਚਤਰਾਈ ਚੁਸਤੀਆਂ ਚਲਾਕੀਆਂ ਦੇ ਨਾਲ ਇਹ ਬਖਸ਼ਿਸ਼ਾਂ ਪ੍ਰਾਪਤ ਹੋਣ ਵਾਲੀਆਂ ਨਹੀਂ ਹਨ। ਇਹ ਮਾਇਆ ਮੋਹਣੀ, ਇਹ ਮਾਇਆ ਮੋਹਣੀ ਹੈ। ਕਈਆਂ ਨੂੰ ਸਮਝ ਆ ਜਿਹੜੀ ਗੱਦੀ ਆ ਨਾ, ਇਹ ਮਾਇਆ ਕਮਾਉਣ ਦਾ ਬਹੁਤ ਵਧੀਆ ਵਸੀਲਾ। ਨਾ ਖੇਤੀ ਕਰਨੀ ਪਏ, ਨਾ ਵਪਾਰ, ਨਾ ਕੋਈ ਨੌਕਰੀ, ਵੀ ਸੰਗਤਾਂ ਦੇ ਸੰਬੰਧ ਮੱਥਾ ਟੇਕੀ ਜਾਂਦੀਆਂ, ਬਹੁਤ ਵਧੀਆ ਹੋਈ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਮਾਇਆ ਨੂੰ ਮੋਹਣੀ ਜਾਣ ਕੇ ਜਿਨ ਏਤ ਭਰਮ ਭੁਲਾਇਆ, ਇਸ ਮਾਇਆ ਨੇ ਕਹਿੰਦੇ ਐਸਾ ਬੁੱਧੀ ਤੇ ਪਰਦਾ ਪਾਇਆ ਹੋਇਆ, ਸਾਰੇ ਸੰਸਾਰ ਨੂੰ ਭਰਮਾਂ ਦੇ ਵਿੱਚ ਭੁਲਾਇਆ ਹੋਇਆ ਹੈ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਇਹ ਮਾਇਆ ਮੋਹਣੀ ਜਿਹੜੀ ਹੈ ਇਸ ਨੂੰ ਤ੍ਰਿਗੁਣਾਤਮਕ ਆ ਨਾ, ਸਤੋ ਰਜੋ ਤਮੋ ਰੂਪ, ਇਸ ਪਰਮਾਤਮਾ ਨੇ ਪੈਦਾ ਕੀਤੀ ਹੈ। ਜਿਨ ਠਗੌਲੀ ਪਾਈਆ, ਠਗੌਲੀ ਠੱਗ ਬੂਟੀ ਪਾ ਦਿੱਤੀ ਹੈ। ਜਿਵੇਂ ਠਗਾਂ ਕੋ ਬੂਟੀ ਹੁੰਦੀ ਨਾ, ਸੁਗਾ ਕੇ ਲੁੱਟ ਲੈਂਦੇ ਆ, ਬਸ ਇਸ ਤਰ੍ਹਾਂ ਹੀ ਆ ਇਹ। ਕਹਿੰਦੇ ਤਾਂ ਬੜਬੜੇ ਇਹ ਸਰਪਣੀ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਜਿਹੜੇ ਧਰਤੀ ਦੇ ਥੰਮ ਆ ਨਾ ਬੜਬੜੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵ, ਕੋਈ ਛੋਟੀਆਂ ਸ਼ਕਤੀਆਂ ਨਹੀਂ, ਬਹੁਤ ਵੱਡੀਆਂ ਸ਼ਕਤੀਆਂ। ਪਰ ਈਸ਼ਵਰੀ ਮਾਇਆ ਜਿਹੜੀ ਹੈ ਇਹ ਇਤਨੀ ਬਲਵਾਨ ਹੈ। ਕੁਰਬਾਨ ਕੀਤਾ ਤਿਸੈ ਵਿਟਹੁ, ਇਹਦੇ ਪਿੱਛੇ ਕਈਆਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਹੈ। ਜਿਨ ਮੋਹ ਮੀਠਾ ਲਾਇਆ, ਮਿੱਠਾ ਜਾਣ ਕਰਕੇ ਸਾਰਾ ਸੰਸਾਰ ਕਿਤਨੇ ਬੜੇ ਉਪਦਰਵ ਔਰ ਬੜੇ ਪਾਪ। ਕੱਲ ਵੀ ਕੇਸਗੜ੍ਹ ਸੁਣਾਇਆ ਸੀ ਕਿ ਦੇਖੋ ਧਿਰਤਰਾਸ਼ਟਰ ਦੁਰਯੋਧਨ ਦੇ ਮੋਹ ਵਿੱਚ ਕੀ ਕਰੀ ਗਿਆ, 18 ਖੂਣੀਆਂ ਇੱਥੋਂ ਹੀ ਖਪੀਆਂ। ਤੇ ਕ੍ਰਿਸ਼ਨ ਮਹਾਰਾਜ ਨੇ ਕਿਹਾ ਇਹਨੂੰ ਛੱਡ ਦੇ, ਤੇਰੇ ਬਾਕੀ ਪੁੱਤ ਵੀ ਵੱਧ ਜਾਣਗੇ, ਭਤੀਜਿਆਂ ਦਾ ਹੱਕ ਆ ਮੋੜ ਦੇ। ਨਹੀਂ ਮੰਨਿਆ, 18 ਖੂਣੀਆਂ ਖਪੀਆਂ। ਮਹਾਭਾਰਤ ਕੀ ਕੁਛ ਹੋਇਆ, ਕਿਉਂਕਿ ਮਾਇਆ ਪਦਾਰਥਾਂ ਦੇ ਮੋਹ ਨੂੰ ਮਿੱਠਾ ਜਾਣ ਕੇ ਉਹ ਮੱਖੀ ਸਵਾਦ ਲਈ ਜਾਂਦੀ ਹੈ ਨਾ ਸਿਰੇ 'ਚ, ਤੇ ਜਿੱਲੇ ਜਾਂਦੀ ਉਹ ਫਾਂਗੇ ਜੇ ਚੰਬੜ ਜਾਂਦੇ, ਵਿੱਚੇ ਮਰ ਜਾਂਦੀ ਹੈ ਨਾ। ਬਸ ਇਹ ਮਾਇਆ ਦਾ ਮੋਹ ਮਿੱਠਾ ਜਾਣ ਕੇ ਗੁੜ ਵਾਂਗੂ ਸੀਰੇ ਵਾਂਗੂ ਜਿਹੜੇ ਜਾਂਦੇ ਆ, ਇਹ ਮਾਇਆ ਉਹਨਾਂ ਦੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਕਹੈ ਨਾਨਕ ਮਨ ਚੰਚਲ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਹੇ ਚੰਚਲ ਮਨਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਦੇ ਨਾਲ ਕਿਸੇ ਨੇ ਨਹੀਂ ਪਾਇਆ। ਜਿਨ ਪਾਇਆ ਚਤੁਰਾਈ ਛੱਡ ਕੇ, ਬਹੁਤ ਸਿਆਣਪ ਜਮ ਕਾ ਭਉ ਵਿਆਪਿਆ, ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇੱਥੇ ਤਾਂ ਭੋਲੇ ਭਾਏ ਮਿਲੈ ਰਘੁਰਾਇਆ। ਇਹ ਤਾਂ ਐਸਾ ਹੈ, ਆਪਣੀ ਚਤੁਰਾਈ ਹੋਵੇਂ ਛੱਡ ਕੇ ਫਿਰ ਗੱਲ ਬਣਦੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਇੱਕ ਪੌੜੀ, ਇੱਕ ਇੱਕ ਐਸਾ ਚੈਪਟਰ ਬਣਾਇਆ। ਉਹਦੇ 'ਚ ਜਿਵੇਂ ਮਹਾਰਾਜ ਨੇ ਸੁਖਮਨੀ ਸਾਹਿਬ 'ਚ ਹਰ ਅਸ਼ਟਪਦੀ, ਇਹਦੇ 'ਚ ਵੀ ਇੱਕ ਇੱਕ ਪੌੜੀ ਵਿੱਚ ਕੈਸੀ ਸੁੰਦਰ ਵਿਆਖਿਆ। ਜਿਵੇਂ ਮਕਾਨ 'ਤੇ ਚੜ੍ਹਨ ਲਈ ਪੌੜੀਆਂ ਹੁੰਦੀਆਂ ਨੇ, ਇਹ ਚੁਬਾਰੇ ਚੜ੍ਹ ਜਾਈਦਾ। ਇਹ ਜਿਹੜੀਆਂ ਪੌੜੀਆਂ ਵਿਵੇਕ ਵਿਚਾਰ ਵਾਲੀਆਂ, ਤੇ ਜੇ ਆਪਾਂ ਇਹਨਾਂ ਤੋਂ ਸਿੱਖਿਆ ਲਈਏ ਤੇ ਆਪਾਂ ਸੱਚਖੰਡ 'ਤੇ ਜਾ ਸਕਦੇ ਹਾਂ। ਇਹ ਛੋਟੀ ਚੀਜ਼ ਨਹੀਂ, ਬਹੁਤ ਵੱਡੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਪਰਮ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਸਿੱਖੀ ਦਾ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਖਾਲਸਾ ਪੰਥ ਵਿੱਚ ਏਕਤਾ ਔਰ ਇਤਫਾਕ। ਆਪਾਂ ਵਿਅਕਤੀਗਤ ਤੁਰਦੇ ਹਾਂ, ਜੇ ਪੰਥ ਨੂੰ ਦੇਖੀਏ, ਜੇ ਪੰਥ ਦੀ ਚੜ੍ਹਦੀ ਕਲਾ, ਤੁਸੀਂ ਪੰਥ ਦੇ ਨੁਮਾਇੰਦੇ ਬਣ ਜਾਓ, ਤੁਹਾਡੀ ਵੀ ਚੜ੍ਹਦੀ ਕਲਾ ਹੋ ਜਾਊਗੀ। ਤੇ ਜੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਚਲੀਏ, ਪੰਥ ਦਾ ਨੁਕਸਾਨ ਕਰੋਗੇ, ਤੁਹਾਡਾ ਨਾਲ ਹੋਇਆ ਹੀ ਹੋਇਆ।
ਪੰਥ ਇੱਕ ਬ੍ਰਿਕਸ਼ ਹੈ ਜਿਹਦੇ ਤੇ ਅਸੀਂ ਗੁਰਸਿੱਖ ਰੂਪੀ ਪੰਛੀ ਨਿਵਾਸ ਕਰ ਰਹੇ ਹਾਂ। ਇਸ ਵਾਸਤੇ ਭੇਦ ਬੁੱਧੀ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਖਾਲਸਾ ਪੰਥ ਦੇ ਵਫਾਦਾਰ ਬਣ ਜਾਈਏ ਤੇ ਮਹਾਰਾਜ ਚੜ੍ਹਦੀ ਕਲਾ ਬਖਸ਼ ਦਿੰਦੇ। ਇਹਦਾ 10ਵਾਂ ਪਾਤਸ਼ਾਹ ਕਹਿੰਦੇ ਨਾ, ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਕਿਰਪਾ ਹੋ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰਬਾਨ